सतनाम वाहिगुरु साहिब जियो। बिलावल महला पंजवा। चरण पहे संत बोही था, तरे सागर जेत। मार्ग पाए उद्यान मह, गुरदसे पेत। चरण पहे संत बोहि था, तरे सागर जेत। मार्ग पाए उद्यान मह, गुरदसे पेत। हर 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 हरे, हर 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 हेत। उठत बैठत सोवते, हर 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 चेत। रहाओ। पंच चोर आगे पगे, जब साध संगेत। पूंजी साबत घणो लाभ, गृहे शोभा सेत। निश्चल आसन मिटी चिंत, नाहि डोलेत। परम पुल्हावा मिट गया, प्रभ पेखत नेत। गुण गंभीर गुण नायका, गुण कहिए केत। नानक पाया साध संग, हर हर अमृत। गुण गंभीर गुण नायका, गुण कहिए केत। नानक पाया साध संग, हर हर अमृत। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी दी अपार बख्शिश। शाम समय सत्संगत दीयां घड़ियां असी प्राप्त कीतियां ने। समा लड़ीवार गुरबाणी व्याख्या दा है, जिस अंदर बिलावल राग दे बचन गुरु अर्जन पातशाह नानक जोत दे पंजवें जामे द्वारा उचारण की गई चौपदियां की रचना असी विचारते हाँ। बीते कल इस पावन शब्द की व्याख्या प्रारंभ की सी। रहाओ दे पदे नूं बाविस्तार विचारण का प्रयास होया सीगा। अज यतन करांगे रहाओ दे बंद तो ही विचार शुरू करांगे, पर जो बाकी बचदा शब्द आ उसके उत्ते असीं एम्फेसाइज कर सकीए। बचन यह सीगा कि हर 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 हरे, हर 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 हेत। हर अखर लगातार दोहराओ विचारे अलंकृत भाव दे नाल। जे देखा जाए तो महाराज सानू सिमरन की प्रेरणा दे रहे हैं। तो एक बार नहीं गा, ये गुरबाणी तुसी मुसलसल इस किस्म के जिहड़ा है चीज़ां पढ़ते हो। जिवें आपने बहुत सारे शब्द पढ़े होणगे। कोट ब्रह्मंड को ठाकुर स्वामी, सर्ब जियां का दाता रे। प्रतिपालै निसार संभाले, गुण नहीं मूर्ख जाता रे। हर आराधना जाना रे, हर हर गुर गुर करता रे। लिटरली तौर पर क्या भी हे हरी, मैनू तो नहीं पता तेरी आराधना की होंदी है, मैनू तो नहीं एहसास सही मैडिटेशन का, सही तेरे नाल एसोसीएशन बनाउण दा की तरीकेकार है, की मैथड आ, मैं तो ये बारे नहीं जानता। अजे हुणे रागी वीर गा रहे सी ज्ञान ध्यान किछ कर्म ना जाना। एग्जैक्टली डिफरेंट वर्ड जे क्या जरी बात है भी मैं हर आराधना जाना रे, दैन मैं करदा की हाँ, हर हर गुर गुर करता रे। मैं हरी हरी करदा, मैं गुरु गुरु करदा, बस यही मेरे हिस्से आया। ईवन बाबा जी ट्रेडिशनल वे दे नाल भी बात करते, जदों भारती खिते दे उस पुरातन जो
ਉਹਨਾਂ ਦੀਆਂ ਰਹੋ ਰੀਤਾਂ ਜਾਂ ਸਨਾਤਨੀ ਧਾਰਾ ਸੀਗੀ। ਤੇ ਗੁਰੂ ਬਾਬਾ ਜੀ ਅਸੀਂ ਲਿਟਰਲੀ ਤੌਰ ਤੇ ਸ਼ਬਦ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਕਿ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ। ਓਮੀ ਸਾਧ ਕਿਉਂਕਿ ਜਿਹੜੀ ਪੜ੍ਹਾਈ ਲਿਖਾਈ ਸੀਗੀ ਨਾ, ਇੱਕ ਪ੍ਰਿਵਿਲੇਜ ਹੈ, ਅੱਜ ਵੀ ਹੈ, ਅੱਜ ਉਸ ਲੈਵਲ ਤੇ ਨਹੀਂ ਹੈ, ਤੇ ਪੁਰਾਣੇ ਸਮੇਂ ਤੇ ਬੜੀ ਵੱਡੀ ਪ੍ਰਿਵਿਲੇਜ ਸੀਗੀ। ਹਰ ਕੋਈ ਇਤਨਾ ਜਿਹੜਾ ਆ ਪ੍ਰਿਵਿਲੇਜ ਨੂੰ ਪ੍ਰਾਪਤ ਕਰਨ ਵਾਲਾ ਨਹੀਂ ਹੋ ਸਕਦਾ, ਇਤਨਾ ਜ਼ਿਆਦਾ ਕਹਿ ਲਓ ਕਿ ਲੱਕੀ ਨਹੀਂ ਹੋ ਸਕਦਾ। ਤੇ ਜਿਸ ਖਿੱਤੇ ਦੇ ਵਿੱਚ ਪੜ੍ਹਾਈ ਦਾ ਦਸਤੂਰ ਵੀ ਐਸਾ ਹੋਏ ਕਿ ਪੜ੍ਹਾਈ ਪ੍ਰਾਪਤ ਕਰਨ ਤੋਂ ਪਹਿਲਾਂ ਉਹਦੀ ਜ਼ਾਤ ਮੈਟਰ ਕਰਦੀ ਹੈ। ਜੇ ਉਹ ਸਵਰਨ ਆ ਤੇ ਖਾਸ ਕਰਕੇ ਬ੍ਰਾਹਮਣ ਆ ਫਿਰ ਤੇ ਵਿਦਿਆ ਉਹਦਾ ਹੱਕ ਹੈ। ਹਾਂ, ਜੇ ਉਹ ਕਸ਼ਤਰੀ ਹੈ ਤੇ ਫਿਰ ਦੇਖਣਾ ਪਏਗਾ ਕਿ ਕਿਸ ਕਲਾਨ ਦੇ ਨਾਲ, ਕਿਸ ਧਾਰਾ ਦੇ ਨਾਲ ਸੰਬੰਧ ਰੱਖਦਾ। ਜੇ ਕਿਤੇ ਰਾਜਸੀ ਧਾਰਾ ਦੇ ਨਾਲ ਹੈ ਤੇ ਡੈਫੀਨਿਟਲੀ ਰਿਸੋਰਸਿਸ ਹੈਗੇ ਨੇ, ਉਹਦੇ ਵਾਸਤੇ ਵਿਦਿਆ ਦਾ ਜਿਹੜਾ ਹੈਗਾ ਘਰ ਵੀ ਖੁੱਲ੍ਹ ਜਾਏਗਾ। ਪਰ ਜੇ ਉਹ ਇਸ ਲੈਵਲ ਤੇ ਨਹੀਂ ਹੈਗਾ ਤੇ ਸ਼ਾਇਦ ਉਹਦੇ ਲਈ ਵੀ ਦਰਵਾਜ਼ਾ ਨਾ ਖੁੱਲੇ। ਜੇ ਵੈਸ਼ ਆ, ਹਾਂ ਡੈਫੀਨੇਟਲੀ ਉਹਦੇ ਵਾਸਤੇ ਹਿਸਾਬ ਕਿਤਾਬ ਜਾਂ ਇਹੋ ਜਿਹੀ ਵਿਦਿਆ ਵਗੈਰਾ ਜਿਹੜੀ ਹੈ, ਲੰਡੇ ਵਗੈਰਾ, ਮੈਥਮੈਟਿਕਸ ਵਗੈਰਾ, ਇਹ ਸਭ ਪੜ੍ਹਨ ਦਾ ਉਹਦੇ ਕੋਲ ਮੌਕਾ ਹੋਏਗਾ, ਐਡਵਾਂਟੇਜ ਹੋਏਗੀ। ਪਰ ਜੇ ਕਿਸੇ ਰੂਪ ਦੇ ਵਿੱਚ ਉਹ ਕੰਮਕਾਰ ਨਾਲ ਜੁੜੀ ਹੋਈ ਜਮਾਤ ਨਾਲ ਆ ਜਾਂਦਾ, ਜਿਹਨੂੰ ਸ਼ੂਦਰ ਕਿਹਾ ਗਿਆ ਆ, ਫਿਰ ਉਹਦੇ ਸਾਰੇ ਦਰਵਾਜ਼ੇ ਬੰਦ ਨੇ। ਪਰ ਇਹ ਹੈ ਮਨੁੱਖੀ ਮਨ ਦੇ ਵਲਵਲੇ ਹੁੰਦੇ ਨੇ। ਆਪ ਦੇਖੋਗੇ ਕਿ ਅਸੀਂ ਇਹ ਚੀਜ਼ਾਂ ਬੜੇ ਆਪਣੇ ਹੀ ਛੋਟੇ ਜਿਹੇ ਲਾਈਫ ਸਪੈਨ 'ਚ ਬਹੁਤ ਕੁਝ ਦੇਖਿਆ। ਮੈਨੂੰ ਯਾਦ ਆ, ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਅਤੇ ਯੂਨੀਵਰਸਿਟੀ ਦੇ ਵਿੱਚ ਹੀ ਜਿਹੜੇ ਲਾਂਡਰੀ ਸਰਵਿਸਿਸ ਕਰਦੇ ਧੋਬੀ ਵਗੈਰਾ, ਉਹ ਪੂਰਬੀ ਹੁੰਦੇ ਸੀ ਜ਼ਿਆਦਾਤਰ। ਉੱਥੇ ਕੰਟੀਨਸ ਦੇ ਨੇੜੇ ਜਾਂ ਹੋਸਟਲਸ ਦੇ ਨੇੜੇ ਜਾਂ ਵੈਸੇ ਹੀ ਯੂਨੀਵਰਸਿਟੀ ਪ੍ਰੈਮਿਸਿਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਟੈਂਟ ਵਗੈਰਾ, ਟੈਂਟ ਜਿਹਾ ਲਾਇਆ ਹੋਣਾ, ਅਤੇ ਉਹਦੇ 'ਚ ਬੈਠੇ ਉਹਨਾਂ ਨੇ ਕੱਪੜੇ ਪ੍ਰੈਸ ਕਰਨੇ, ਲਾਂਡਰੀ ਧੋਣੀ ਇਸ ਰੂਪ ਦੇ 'ਚ। ਅਤੇ ਉੱਥੇ ਉਹਨਾਂ ਦੇ ਵੀ ਬੱਚੇ ਹੁੰਦੇ ਸੀ। ਉਹ ਲਾਇਬ੍ਰੇਰੀ ਹੁੰਦੀ ਸੀ ਵੱਡੀ ਨਾਲ, ਬੜੀ ਵੱਡੀ, ਅਤੇ ਉੱਥੋਂ ਅਸੀਂ ਨਿਕਲਣਾ, ਕਿਤੇ ਵੜਨਾ। ਅਤੇ ਉਹਨਾਂ ਨੇ ਕਈ ਵਾਰ ਸਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਪੁੱਛਣਾ ਉਹਨਾਂ ਨੇ ਕਿ ਅੱਛਾ भैया भैया ये आपके हाथ में बुक, इसमें क्या लिखा है, इस तरह की है। ਅਤੇ ਥੋੜ੍ਹਾ ਮਨ ਮੰਡਲ ਦੇ ਵਿੱਚ ਇੱਕ ਕੁਦਰਤੀ ਤੌਰ 'ਤੇ ਸੀਗਾ ਕੁਝ, ਇੱਕ ਕੁਦਰਤ ਨੇ ਇਹੋ ਜਿਹਾ ਪਾਇਆ ਕਿ ਉਹਨਾਂ ਨੂੰ ਇੱਕ ਵਾਰੀ, ਜਿਵੇਂ ਬੰਦਾ ਕਹਿੰਦਾ ਹੈ ਕਿ ਉਹਨਾਂ ਦੇ ਦਰਦ ਨੂੰ ਅਹਿਸਾਸ ਕਰਨਾ ਕਈ ਵਾਰੀ ਵੀ ਹੱਦ ਹੋ ਗਈ। ਜਿਨ੍ਹਾਂ ਨੂੰ ਕਿਤਾਬਾਂ ਮਿਲੀਆਂ ਨੇ, ਜਿਨ੍ਹਾਂ ਨੂੰ ਇਹ ਸਭ ਕੁਝ ਪ੍ਰਿਵਿਲੇਜ ਹੈਗੀ, ਉਹ ਕੇਅਰ ਹੀ ਨਹੀਂ ਕਰਦੇ। ਉਹਨਾਂ ਨੂੰ ਉਹ ਕੇਅਰ, ਸਾਨੂੰ ਕਾਹਦੀ ਕੇਅਰ ਆ। ਇਸ ਸਾਡਾ ਮੋਸਟਲੀ ਜਿਹੜਾ ਸੀਗਾ ਆਲੇ ਦੁਆਲੇ ਅਸੀਂ ਦੇਖਦੇ ਸੀ ਬੱਚੇ ਉਹ ਕੇਅਰ। ਪਰ ਇੱਕ ਪਾਸੇ ਉਹ ਵੀ ਨੇ ਜਿਹੜੇ ਵਿਚਾਰੇ ਤੜਪ ਰਹੇ ਨੇ ਵੀ ਕਿਤੇ ਸਾਨੂੰ ਕਿਤਾਬ ਖੋਲ੍ਹਣ ਨੂੰ ਮਿਲ ਜੇ, ਵਿਦਿਆ ਅੱਖਰ ਵੇਖਣ ਨੂੰ ਮਿਲ ਜਾਣੇ ਸਾਰੇ ਰੂਪ ਦੇ ਵਿੱਚ। ਸੋ ਇਹ ਮੈਂ ਅੱਜ ਦੀ ਬਾਤ ਕਰ ਰਿਹਾ ਇਸ ਸਮੇਂ ਦੀ, ਅਤੇ ਜਿਸ ਸਮੇਂ ਦੇ ਵਿੱਚ ਇਸ ਸਾਰੇ ਦਾ ਐਸਾ ਕ੍ਰਾਈਟੀਰੀਆ ਹੋਏ ਕਿ ਛੇਤੀ ਕਰਕੇ ਤੁਹਾਨੂੰ ਐਕਸੈਸ ਹੀ ਨਹੀਂ ਇਹਦਾ। ਅਤੇ ਜੇ ਕਿਤੇ ਧਰਮ ਦੀ ਵਿਦਿਆ ਦੀ ਗੱਲ ਕੀਤੀ ਜਾਏ, ਬ੍ਰਹਮ ਵਿਦਿਆ ਦੀ ਗੱਲ ਕੀਤੀ ਜਾਏ, ਅਧਿਆਤਮੀ, ਰੂਹਾਨੀ, ਮਨ ਮੰਡਲ, ਅਧਿਆਤਮੀ ਮੰਡਲ ਦੀ ਬਾਤ ਹੋਏ, ਉੱਥੇ ਤਾਂ ਫਿਰ ਕਿਤੇ ਐਕਸੈਸ ਹੀ ਨਹੀਂ ਹੋ ਸਕਦਾ। ਇਹ ਤਾਂ ਗੁਰੂ ਬਾਬਾ ਜੀ ਨੇ ਮਤਲਬ ਸੰਗਤ ਦਾ ਦਰਵਾਜ਼ਾ ਖੋਲ੍ਹਿਆ। ਅਤੇ ਕਿਆ ਭਾਈ ਬਾਬਾ ਕਬੀਰ ਜੀ ਕਹਿੰਦੇ, ਜਿੰਦਰ ਆਵਤ ਜਾਤ ਹੋ ਹਟਕੈ ਨਾਹੀ ਕੋਏ, ਸੋਦਰ ਕੈਸੇ ਛੋੜੀਏ ਜੋਦਰ ਐਸੋ ਹੋਏ। ਜਿਸ ਦਰ ਦੇ ਦਰਵਾਜ਼ੇ ਤੇ ਕਿਸੇ ਨੂੰ ਹਟਕ ਹੀ ਨਾ, ਰੋਕ ਹੀ ਨਾ ਹੋਏ, ਐਵਰੀਵਨ ਇਜ਼ ਵੈਲਕਮਡ। ਕੋਈ ਵੀ ਆ ਸਕਦਾ ਭਾਈ, ਕਿਸੇ ਵੀ ਰੂਪ ਦੇ ਵਿੱਚ, ਕਿਸੇ ਜ਼ਾਤ ਮਜ਼ਹਬ, ਕਿਸੇ ਤਰੀਕੇ ਦੇ ਨਾਲ ਭਾਈ, ਸੰਗਤ ਸਾਰਿਆਂ ਲਈ ਓਪਨ ਹੈ। ਇਹ ਤਾਂ ਗੁਰੂ ਮਹਾਰਾਜ ਨੇ ਇੱਕ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਮਤਲਬ ਰਾਈਟ ਟੂ ਸਪਿਰਿਚੁਅਲਿਟੀ, ਰਾਈਟ ਟੂ ਐਕਚੁਅਲੀ ਐਜੂਕੇਸ਼ਨ ਆਫ ਸਪਿਰਿਚੁਅਲਿਟੀ ਦਾ ਜਿਹੜਾ ਹੈ ਉਹ ਰੂਟ ਖੋਲ੍ਹ ਦਿੱਤਾ ਸਾਰੇ ਦਾ ਸਾਰਾ। ਅਤੇ ਉਹਦੇ ਨਾਲ ਇੱਕ ਅਤੇ ਵੱਡਾ ਚੇਂਜ ਵੀ ਆਇਆ ਸਮਾਜ ਦੇ, ਸੁਸਾਇਟੀ ਦੇ ਵਿੱਚ। ਜਿਸ ਸੁਸਾਇਟੀ ਨੂੰ ਜੇ ਤੁਸੀਂ ਟਰਡੀਸ਼ਨਲ ਵੇ ਨਾਲ ਪੜ੍ਹੋਗੇ ਅਤੇ ਤੁਹਾਨੂੰ, ਆਪਾਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਆਪ ਅਹਿਸਾਸ ਕਰੋਗੇ ਜੇ ਆਪਾਂ ਲੈਟਿਨ ਅਮੈਰੀਕਨ ਕੰਟਰੀਜ਼ ਨੂੰ ਪੜ੍ਹਦੇ ਹਾਂ, ਬੱਚੇ ਜਿਹੜੇ ਯੂਨੀਵਰਸਿਟੀ ਲੈਵਲ 'ਤੇ ਜਾਂ ਫਿਲੋਸਫੀਕਲ ਸਾਈਟਸ 'ਤੇ, ਸਕ੍ਰਿਪਚਰ ਸਾਈਟਸ 'ਤੇ, ਥਿਓਲੋਜੀਕਲ ਸਾਈਟਸ 'ਤੇ ਜਾਂਦੇ ਨੇ, ਕਦੀ ਉਹਨਾਂ ਨਾਲ ਕਦੀ ਗੱਲਬਾਤ ਕਰਕੇ ਦੇਖਿਓ ਯੂਨੀਵਰਸਿਟੀਜ਼ ਦੇ ਵਿੱਚ। ਉਹ ਲੈਟਿਨ ਅਮੈਰੀਕਨ ਦਾ ਪੂਰਾ ਖਿੱਤਾ ਪੜ੍ਹ ਲੈਣ, ਅਫਰੀਕਾ ਦਾ ਪੂਰਾ ਖਿੱਤਾ ਪੜ੍ਹ ਲੈਣ, ਈਵਨ ਨਾਰਥ ਅਮੈਰੀਕਾ ਦਾ ਪੂਰਾ ਖਿੱਤਾ ਪੜ੍ਹ ਲੈਣ, ਅਤੇ ਉਹਨਾਂ ਵਾਸਤੇ ਲਿਟਰੇਚਰ ਦੀ ਦੁਨੀਆ ਦੇ ਵਿੱਚ
ਸਵਾਏ ਕ੍ਰਿਸਚੈਨਿਟੀ ਤੋਂ ਕੁਝ ਵੀ ਪੜ੍ਹਨ ਨੂੰ ਨਹੀਂ ਹੈਗਾ। ਏਡਾ ਵੱਡਾ ਕੌਂਟੀਨੈਂਟ ਹੋਏ ਤੇ ਉਸ ਕੌਂਟੀਨੈਂਟ ਦੇ ਵਿੱਚ ਕੁਝ ਵੀ ਨਾ ਹੋਏ, ਮਤਲਬ ਬੰਦਾ ਸੋਚ ਵੀ ਸਕੇ ਇਸ ਰੂਪ ਦੇ ਵਿੱਚ। ਇਹਦੇ ਮੁਕਾਬਲਤਨ ਜਦੋਂ ਅਸੀਂ ਏਸ਼ੀਆ ਤੇ ਖਾਸ ਕਰਕੇ ਸਾਊਥ ਏਸ਼ੀਆ ਦੀ ਗੱਲ ਕਰਦੇ ਆ, ਉੱਥੇ ਤੇ ਬੜਾ ਕੁਛ ਆ, ਤੇ ਬੜਾ ਕੁਛ ਸਾਰੇ ਦਾ ਸਾਰਾ ਬ੍ਰਾਹਮਣੀ ਧਾਰਾ ਨਾਲ, ਸੰਸਕ੍ਰਿਤ ਪਰਿਪਾਟੀ ਨਾਲ, ਉਹਦੇ ਨਾਲ ਜਾ ਕੇ ਜੁੜਦਾ। ਪਰ ਜਦੋਂ ਬੰਦਾ ਡੀਪ ਲੈਵਲ ਤੇ ਸਟੱਡੀ ਕਰੇ ਤੇ ਪਤਾ ਲੱਗੇ ਏਡੀ ਵੱਡੀ ਸੱਭਿਅਤਾ ਤੇ ਏਡਾ ਵੱਡਾ ਉਹਨਾਂ ਦਾ ਸਕੂਲ ਆਫ ਥਾਟ, ਤੇ ਉਹਨੂੰ ਕਾਊਂਟਰ ਕਰਦਾ ਹੋਇਆ ਇੱਕ ਥਾਟ ਆਉਂਦਾ ਆ, ਤੇ ਇਕੱਲਾ ਕਾਊਂਟਰ ਨਹੀਂ ਕਰਦਾ ਬਲਕਿ ਉੱਥੇ ਵਿਨ ਕਰਦਾ। ਬਿਲਕੁਲ ਮਾਨਵ ਪੱਖੀ ਇਹ ਸਿੱਖੀ ਹੈ। ਇਹ ਭਗਤ ਤੇ ਗੁਰੂ ਸਾਹਿਬਾਨ ਜੀ ਦਾ ਕੰਟਰੀਬਿਊਸ਼ਨ ਹੈ। ਤੇ ਇਹ ਤਾਂ ਹੋ ਪਾਇਆ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਇਨਕਲੂਡ ਕੀਤਾ, ਐਕਸਕਲੂਡ ਨਹੀਂ ਕੀਤਾ। ਸਾਰੇ ਭਾਈ ਇਨਵਾਈਟਡ ਨੇ ਸਾਰੇ। ਸੋ ਇੱਕ ਐਸੀ ਧਰਮ ਦੀ ਆਭਾ ਮੰਡਤ ਕੀਤੀ ਜਿਹਦੇ 'ਚ ਸਾਰਿਆਂ ਵਾਸਤੇ ਇੱਕ ਸਪਿਰਿਚੁਅਲਿਟੀ ਦਾ ਰਾਹ ਖੋਲਿਆ, ਵਿਦਿਆ ਦਾ ਰਾਹ ਖੋਲਿਆ। ਤੇ ਇਹ ਸੱਚ ਹੈ। ਇੱਕ ਰੰਗ ਹੋਰ ਇਹਦੇ ਨਾਲ ਐਡ ਕਰ ਦਿੰਦਾ ਵਾਂ, ਕਿਉਂਕਿ ਜਿਵੇਂ ਬੰਦਾ ਆਇਆ ਕੋਈ ਇਹੋ ਜਿਹਾ ਕੰਮ ਕਰਦਾ ਜੀ, ਸਮਹਾਓ ਆਈ ਵਾਜ਼ ਲਿਸਨਿੰਗ CBC's ਪ੍ਰੋਗਰਾਮ ਟੂਡੇ, ਕਈ ਵਾਰੀ ਕੁਝ ਚੀਜ਼ਾਂ ਕੋਰਿਲੇਟ ਹੋ ਜਾਂਦੀਆਂ ਨੇ, ਤੇ ਉਹਦੇ ਵਿੱਚ ਉਹ ਕੁਝ ਜਿਹੜਾ ਹੈਗਾ ਫੂਡ ਚੋਇਸਿਸ ਦੇ ਉੱਤੇ, ਰਿਲੀਜੀਅਸ ਕੋਡ ਆਫ ਕੰਡਕਟ ਦੇ ਉੱਤੇ ਬੜੇ ਐਨਾਲਾਈਟਿਕ ਵੇ ਨਾਲ ਇੱਕ ਪ੍ਰੋਗਰਾਮ ਕਰ ਰਹੇ ਸੀਗੇ। ਜਿਵੇਂ ਅੱਜ ਕੱਲ੍ਹ ਤੁਸੀਂ ਗਰੋਸਰੀ ਸਟੋਰ ਜਾਓ ਤੇ ਤੁਹਾਨੂੰ ਨਾ ਸੋਇਆ ਦਾ ਬਹੁਤ ਸਾਰਾ ਪ੍ਰੋਡਕਟ ਮਿਲ ਜਾਂਦਾ ਜਿਹਦੇ ਉੱਤੇ ਲਿਖਿਆ ਹੁੰਦਾ ਆ ਕਿ ਇਹ ਐਕਚੁਅਲੀ ਨੋਨ ਵੈਜੀਟੇਬਲ ਸੌਰੀ ਜਿਹੜਾ ਨੋਨ ਮੀਟ ਪੋਰਕ, ਨੋਨ ਮੀਟ ਬੀਫ, ਇਸ ਕਿਸਮ ਦੇ ਪ੍ਰੋਡਕਟ ਮਿਲ ਜਾਂਦੇ। ਉਹਦੇ 'ਤੇ ਡਿਬੇਟ ਹੋ ਰਹੀ ਸੀ, ਤੇ ਉਹਦੇ ਉੱਤੇ ਜੋ ਡਿਬੇਟ ਹੋ ਰਹੀ ਤੇ ਉਹ ਗੱਲਾਂ ਬਾਤਾਂ ਹੋ ਰਹੀਆਂ, ਤੇ ਕੁਝ ਸਟੂਡੈਂਟਸ ਨੂੰ ਜਿਹੜਾ ਇੰਟਰਵਿਊ ਕਰ ਰਹੀ ਹੈ, ਤੇ ਉਹ ਪੁੱਛਦੀ ਹੈ ਕਿ ਓਕੇ, ਮੁਸਲਿਮ ਸਟੂਡੈਂਟ ਜਿਹਨੂੰ ਇੰਟਰਵਿਊ ਕਰ ਰਹੀ ਹੈ, ਕਿ ਪੋਰਕ ਵੈਸੇ ਤੇ ਮੁਸਲਿਮ ਜਿਹੜਾ ਹੈਗਾ ਰਹੋ ਰੀਤ ਦੇ ਮੁਤਾਬਕ, ਸ਼ਰੀਆ ਦੇ ਮੁਤਾਬਕ ਤੇ ਪ੍ਰੋਹਿਬਿਟਡ ਹੈ ਪੂਰੀ ਤਰ੍ਹਾਂ, ਪਰ ਇਹਦੇ 'ਚ ਇੱਥੇ ਸੋਇਆ ਤੋਂ ਆ ਰਿਹਾ। ਉਹ ਕਹਿੰਦੇ ਹਾਂ ਬਿਲਕੁਲ ਠੀਕ ਗੱਲ ਹੈ, ਇਟਸ ਨੋਟ ਏ ਬਿਗ ਡੀਲ ਟੂ ਈਟ ਇਟ ਇਨ ਦੈਟ ਸੈਂਸ। ਕਹਿੰਦੇ ਹਾਂ, ਪਰ ਫਿਰ ਵੀ ਕਹਿੰਦਾ ਯੂ ਨੋ ਦ ਵਰਡ ਪੋਰਕ ਇਟਸੈਲਫ ਇਜ਼ ਟਰਬਲਿੰਗ। ਕਹਿੰਦਾ ਮੈਂ ਜਦੋਂ ਇਸ ਨੂੰ ਲਗਾਤਾਰ ਹਫਤਾ 2 ਹਫਤਾ ਕਿਤੇ ਆਪਣੀ ਫੂਡ ਦੇ ਨਾਲ ਇਸ ਨੂੰ ਜੋੜਿਆ, ਤੇ 2 ਹਫ਼ਤੇ ਬਾਅਦ ਆਈ ਹੈਡ ਏ ਫੀਲਿੰਗ ਵਿਚ ਵਾਜ਼ ਕ੍ਰੀਏਟਿੰਗ ਸਮ ਸੋਰਟ ਆਫ ਗਿਲਟ। ਇਹ ਹੈ ਇੱਕ ਸੈਕਰੇਟ ਬਲੀਵ ਦੇ ਨਾਲ ਜਦੋਂ ਕੋਈ ਚੀਜ਼ ਜੁੜੀ ਹੁੰਦੀ ਹੈ, ਤੁਸੀਂ ਕਰ ਵੀ ਜਾਓ ਉਸ ਰੂਪ ਦੇ ਵਿੱਚ, ਤੇ ਤੁਹਾਡੀ ਕਿਤੇ ਜਿਹੜਾ ਤੁਹਾਡਾ ਰੈਸ਼ਨਲ ਮਾਈਂਡ ਹੈ ਉਹ ਕਹੇ ਵੀ ਨਹੀਂ ਐਵੇਂ ਬਹੁਤਾ ਸੋਚੀਦਾ ਨਹੀਂ ਹੁੰਦਾ, ਇਹ ਰੈਸ਼ਨਲਾਈਜ਼ ਕਰੀਦੀਆਂ ਨੇ ਚੀਜ਼ਾਂ ਇੱਥੋਂ। ਪਰ ਇੱਕ ਚੀਜ਼ ਹੈ ਜਿਹੜੀ ਅੰਦਰ ਕਹਿੰਦੀ ਕਿ ਗਿਲਟ ਫੀਲ ਹੋਏਗਾ, ਜਿੱਥੇ ਕਿਸੇ ਨੂੰ ਇਹ ਅਹਿਸਾਸ ਕਰਾ ਦਿੱਤਾ ਗਿਆ ਹੋਏ ਕਿ ਤੇਰੀ ਜਾਤ ਹੈ ਸ਼ੂਦਰ, ਤੇ ਤੇਰਾ ਕੰਮ ਦੂਜੇ ਵਰਨਾਂ ਦੀ ਸੇਵਾ ਕਰਨਾ ਹੈ, ਵਿਦਿਆ ਪੜ੍ਹਨੀ ਨਹੀਂ ਹੈ। ਉਸ ਨੂੰ ਤੁਸੀਂ ਪੜ੍ਹਾਓਗੇ ਵੀ ਕਿਤੇ ਨਾ ਕਿਤੇ, ਉਹ ਪੜ੍ਹ ਵੀ ਲਏਗਾ, ਥੋੜ੍ਹਾ ਬਹੁਤਾ ਗਿਲਟ ਫੀਲ ਕਰੇਗਾ, ਮੈਂ ਕਿਤੇ ਗਲਤ ਤੇ ਨਹੀਂ ਕਰ ਰਿਹਾ। ਜੇ ਕਿਤੇ ਕੁਝ ਥੋੜ੍ਹਾ ਬਹੁਤਾ ਕੁਝ ਜ਼ਿੰਦਗੀ 'ਚ ਵਾਪਰ ਗਿਆ ਤੇ ਫਿਰ ਤੇ ਪੱਕਾ ਹੀ ਵਿਸ਼ਵਾਸ ਹੋ ਜਾਏਗਾ ਵੀ ਮੈਂ ਤੇ ਜੀ ਉਹ ਜਿਹੜੀ ਹੈ ਮਰਿਆਦਾ ਤੋੜਤੀ, ਤੇ ਉਹਦੇ ਕਰਕੇ ਸਾਰੇ ਦਾ ਸਾਰਾ ਕੰਮ ਹੋਇਆ। ਕਿਤਨੀ ਐਫਰਟ ਪਾ ਕੇ ਅਵੇਅਰ ਕੀਤਾ ਹੋਣਾ ਹੈ ਲੋਕਾਂ ਨੂੰ ਉਸ ਸਭ ਰੂਪ ਦੇ ਵਿੱਚ। ਆਪ ਕਦੀ ਦੇਖੋ, ਭਗਤਾਂ ਦੇ ਸ਼ਬਦ ਪੜ੍ਹੋ, ਆਪ ਬਾਬਾ ਕਬੀਰ ਜੀ ਦਾ ਆਪਣੇ ਸ਼ਬਦ ਕਦੀ ਜ਼ਰੂਰ ਪੜ੍ਹਿਆ ਸੁਣਿਆ ਹੋਏਗਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਉਹ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਸਾਰਾ ਸ਼ਬਦ ਰਚਿਆ, ਤੇ ਉਹਦੇ 'ਚ ਸਾਰੀ ਫਾਰਸੀ ਹੈ, ਪਰਸ਼ੀਅਨ ਲਫ਼ਜ਼ਾਂ ਦੀ ਪੂਰੀ ਪਰਮਾਰਤਾ ਹੈ। ਮਤਲਬ ਤਾਲੀਮ ਦੇ ਲੈਵਲ ਤੇ ਉਸ ਜਗ੍ਹਾ ਤੇ ਪਹੁੰਚ ਜਾਣਾ। ਬਾਬਾ ਕਬੀਰ ਜੀ, ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹਦੇ ਆ, बेगमपुरा शहर को नाओ दूक अंदो नहीं ते ठाओ, ना तजवीज़ खिराज न माल खौफ न खता न तरस जुआल, अब मोह खूब वतन गह पाई ऊहाँ खैर सदा मेरे पाई, कायम दायम सदा पातशाही आबादान सदा मशहूर, ऊहाँ गणी बसें मामूर। बिल्कुल फारसी है सारी। मतलब डेफिनेटली उन्होंने तालीम दा विद्या दा वो रूप लियांदा अपने जीवन दे विच, जिहदे नाल वो अपने आप नूं उस जगह ते लिया सके जिथे उन्होंने
ਆਪਣੀ ਅਧਿਆਤਮਕ ਯਾਤਰਾ ਜਿਹੜੀ ਹੈ ਉਹ ਉਸ ਲੈਵਲ ਤੇ ਲਿਆਂਦੀ, ਲੋਕਾਂ ਦੇ ਕਲਿਆਣ ਹਿੱਤ। ਤੇ ਬਾਬਾ ਰਵਿਦਾਸ ਜੀ ਆਪ ਆਪਣੇ ਬਚਨਾਂ 'ਚ ਬਿਆਨ ਕਰਦੇ, ਮੇਰੀ ਜਾਤ ਕੁਟੁੰਬ ਬਾਂਡਲਾ ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਦੇ ਕਰਹਿ ਡੰਡੌਤ ਤੇਰੀ ਨਾਮ ਸ਼ਰਨਾਏ ਰਵਿਦਾਸ ਦਾਸਾ। ਹਾਲਾਂਕਿ ਮੈਂ ਤੇ ਕੁਝ ਵੀ ਨਹੀਂ, ਮੈਂ ਤੇ ਤੇਰੇ ਨਾਮ ਦੀ ਮਹਿਮਾ ਦਾ ਹੀ ਜਿਹੜਾ ਹੈਗਾ ਇੱਕ ਸਮਝੋ ਕਿ ਛੋਟੀ ਜੀ ਰਿਸ਼ਮ ਆ, ਛੋਟੀ ਜਿਹੀ ਇੱਕ ਰਿਫਲੈਕਸ਼ਨ ਆ। ਪਰ ਸੱਚ ਇਹ ਹੈ ਜੋ ਮੈਨੂੰ ਨਵਾਜ਼ ਦਿੱਤਾ ਤੂੰ, ਅਬ ਵਿਪਰ ਪ੍ਰਧਾਨ, ਵੱਡੇ ਵੱਡੇ ਪ੍ਰਧਾਨ ਵਿਪਰ ਸ਼ਹਿਰ ਦੇ, ਵਿਪਰ ਮੀਨ ਬੜੇ ਜਿਹੜੇ ਆਪਣੇ ਆਪ ਨੂੰ ਪੰਡਤ ਅਖਵਾਉਂਦੇ, ਵਿਦਵਾਨ ਅਖਵਾਉਂਦੇ, ਸਕੋਲਰ ਅਖਵਾਉਂਦੇ, ਉਹ ਆ ਕੇ ਡੰਡੌਤ ਕਰਦੇ। ਤੇ ਡੰਡੌਤ ਬੰਦਾ ਕਦੋਂ ਕਰੇਗਾ? ਕੋਈ ਵਿਦਿਆ ਵਾਲਾ ਬੰਦਾ ਕਿਸੇ ਨੁਕਤੇ 'ਚ ਕਿਤੇ ਸਟਕ ਹੋ ਜਾਏ, ਕੁਝ ਸਮਝ ਨਾ ਆਵੇ, ਤਾਂ ਉਹਨੂੰ ਪਤਾ ਲੱਗੇ ਵੀ ਕਿੱਥੇ ਜਾਇਆ ਜਾਏ। ਲੈਟਸ ਗੋ ਟੂਵਰਡ ਦਾ ਰਵਿਦਾਸ ਜੀ। ਉਹਨਾਂ ਕੋਲ ਜਾ ਕੇ ਪੁੱਛਦੇ ਆ, ਉਹ ਇਹ ਕੁੰਡੀ ਖੋਲ ਦੇਣਗੇ। ਗਏ ਉੱਥੇ ਪਤਾ ਲੱਗਾ ਵੀ ਉਹਨਾਂ ਤੇ ਜਿਹੜਾ ਹੈਗਾ ਮੈਨੂੰ ਇਨਲਾਈਟਡ ਕਰ ਦਿੱਤਾ। ਜਦੋਂ ਇਨਲਾਈਟਡ ਕਰ ਦਿੱਤਾ ਤੇ ਫਿਰ ਬੰਦਾ ਕਹੇਗਾ ਵੀ ਨਮਸਕਾਰ ਹੈ ਤੁਹਾਨੂੰ, ਨਮਸਕਾਰ, ਕਿਆ ਕਮਾਲ ਹੈ। ਉਹ ਕਹਿੰਦੇ ਹੁਣ ਇਸ ਲੈਵਲ ਤੇ ਬਾਬਾ ਰਵਿਦਾਸ ਜੀ ਆਪ ਇਹ ਬਾਤ ਕਰਦੇ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੌਤ, ਡੰਡੇ ਵੱਤ ਲੰਮੇ ਪੈ ਕੇ ਮੱਥਾ ਟੇਕ ਜਾਂਦੇ। ਇਹ ਸਾਰਾ ਕੁਝ ਕਿੱਥੋਂ ਆਇਆ? ਜਦੋਂ ਐਕਸੈਸ ਪ੍ਰਾਪਤ ਹੋਇਆ ਤਾਲੀਮ ਦਾ, ਵਿਦਿਆ ਦਾ, ਧਰਮ ਦਾ, ਅਧਿਆਤਮਕ ਦਾ, ਸਾਰੇ ਰੂਪ ਦੇ ਵਿੱਚ। ਪਰ ਜਿਨ੍ਹਾਂ ਨੇ ਇਸ ਚੀਜ਼ ਨੂੰ ਰੋਕ ਕੇ ਰੱਖਿਆ ਵੀ ਨਹੀਂ ਨਹੀਂ ਨਹੀਂ, ਇਹ ਪਹੁੰਚਣੀ ਨਹੀਂ ਚਾਹੀਦੀ, ਖਾਸ ਕਰਕੇ ਆਮ ਤੱਕ, ਆਮ ਤੋਂ ਵੀ ਜਿਹੜਾ ਉਹ ਜਿਹਨੂੰ ਲੋਅਰ ਲੈਵਲ ਤੇ ਰੱਖਿਆ ਗਿਆ, ਤੇ ਉਹਦੇ ਲਈ ਚਲੋ ਬਾਕੀ ਸਾਰਾ ਕੁਝ ਤੇ ਨਹੀਂ ਹੋਏਗਾ, ਪਰ ਇੱਕ ਚੀਜ਼ ਤੇ ਕਿਤੇ ਨਾ ਕਿਤੇ ਐਕਸੈਸ ਹੋ ਹੀ ਸਕਦਾ ਆ। ਜਿਵੇਂ ਕੋਈ ਸੁਣਦਾ ਆ ਕਿ ਭਾਈ ਓਮ ਜਿਹੜਾ ਆ ਜਾਂ ਸੋਹੰਗ, ਇਸ ਕਿਸਮ ਦੇ ਜੋ ਲਫ਼ਜ਼, ਇੱਕ ਲਫ਼ਜ਼ ਜਿਹੜਾ ਹੈਗਾ, ਕਿਤੇ ਧਰਮ ਦਾ ਸੁਣ ਲਿਆ, ਕਿਤੇ ਅੱਲਾ ਸੁਣ ਰਿਹਾ, ਤੇ ਕਿਹਾ ਵੀ ਚਲੋ ਆਪਾਂ ਇਹਦੀ ਆਰਾਧਨਾ ਹੀ ਕਰੀ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਉਹਦੀ ਮਿਸਾਲ ਦਿੱਤੀ ਤੇ ਕਿਹਾ ਕਿ ਪੜ੍ਹਿਆ ਹੋਵੇ ਗੁਨਹਿਗਾਰ, ਬਹੁਤ ਜਿਹਦੇ ਕੋਲ ਤਾਲੀਮ ਹੋਏ, ਤੇ ਪੋਸੀਬਿਲਿਟੀ ਇਹ ਵੀ ਹੈ, ਕੱਲੀ ਵਿਦਿਆ, ਕੱਲਾ ਗਿਆਨ, ਭਾਵੇਂ ਉਹ ਸੰਸਾਰ ਦਾ ਆ ਤੇ ਭਾਵੇਂ ਪਰਮਾਰਥ ਦਾ ਆ, ਉਹ ਬੰਦੇ ਨੂੰ ਕਿਤੇ ਨਹੀਂ ਲੈ ਕੇ ਜਾਂਦਾ ਜੇ ਬੰਦਾ ਉਸ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਨਹੀਂ ਕਰੇਗਾ ਤੇ ਅਪਲਾਈ ਨਹੀਂ ਕਰੇਗਾ। ਤੇ ਆਪਾਂ ਜੋ ਡਰਾਈਵਿੰਗ ਲਾਇਸੈਂਸ ਲੈਂਦੇ ਆ, ਥਿਊਰੀ ਪੜ੍ਹਦੇ ਆ, ਪੂਰੀ ਥਿਊਰੀ ਯਾਦ ਕਰ ਲਓ, ਬੁੱਕ ਹੀ ਰੱਟਾ ਲਾ ਲਈਏ ਪੂਰੀ, ਬਿਲਕੁਲ ਵਰਡ ਟੂ ਵਰਡ, ਜਿਹੜਾ ਬਾਏ ਹਾਰਟ ਉਹਨੂੰ ਯਾਦ ਕਰ ਲਓ ਤੁਸੀਂ, ਤੇ ਕੀ ਹੋਏਗਾ? ਭਾਈ ਗੱਲ ਤੇ ਬਣੇਗੀ, ਉਦੋਂ ਅਪਲਾਈ ਕਰਾਂਗੇ। ਅਪਲਾਈ ਕਰਨ ਦੀ ਵਾਰੀ ਹੈ, ਅਸੀਂ ਅਪਲਾਈ ਕਰੀਏ ਨਾ, ਸਾਹਮਣੇ ਸਟਾਪ ਸਾਈਨ ਦਿਸਦਾ, ਉੱਥੇ ਨਾ ਰੁਕੀਏ, ਜਿਹੜਾ ਹੈਗਾ ਯੀਲਡ ਸਾਈਨ ਆਏ ਉਹਦਾ ਨਾ ਪਤਾ ਹੋਏ, ਸਪੀਡ ਸਾਈਨ ਨਾ ਓਬੇ ਕਰੀਏ, ਸਾਰਾ, ਤੇ ਭਾਈ ਕੋਈ ਬੈਨੀਫਿਟ ਨਹੀਂ ਮਿਲੇਗਾ ਉਸ ਰੂਪ ਦੇ ਵਿੱਚ। ਐਗਜ਼ੈਕਟਲੀ ਇਹ ਜਿਹੜੀ ਚੀਜ਼ ਹੈ, ਇਹ ਅਪਲਾਈ ਕਰਨ ਨਾਲ ਬਾਤ ਬਣਦੀ, ਇੰਪਲੀਮੈਂਟ ਕਰਨ ਦੇ ਨਾਲ, ਉਹਦੀ ਐਪਲੀਕੇਸ਼ਨ ਹੋਣੀ ਬੜੀ ਜ਼ਰੂਰੀ ਹੈ। ਸੋ ਜੇ ਇਹ ਚੀਜ਼ ਨਹੀਂ ਕੀਤੀ ਜਾਏਗੀ ਤੇ ਅਲਟੀਮੇਟਲੀ, ਤੇ ਇਸੇ ਕਰਕੇ ਬਾਬਾ ਜੀ ਨੇ ਜੋ ਪੜਾਇਆ ਨਹੀਂਗਾ, ਸਾਨੂੰ ਉਹਦੇ ਵਿੱਚ ਗੂੜਿਆ, ਉਹਦੇ 'ਚ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦੇ ਨਾਲ ਪਾ ਕੇ ਕੱਢਿਆ, ਉਸ ਚੀਜ਼ ਨੂੰ ਪ੍ਰੈਕਟੀਕਲ ਆਸ਼ੇ 'ਚ ਲੈ ਕੇ ਆਏ ਲਗਾਤਾਰ। ਤੇ ਸਿੱਖੀ ਦਾ ਮੁੱਖ ਆਸ਼ਾ ਵੀ ਇਹ ਹੋਈ ਹੈ। ਗੁਰਦੁਆਰਾ ਸੰਸਥਾ ਐਡੀ ਵੱਡੀ ਇੱਕ ਚੱਲਦੀ ਪੂਰੀ ਦੀ ਪੂਰੀ ਇੱਕ ਲੈਬ ਦੀ ਤਰ੍ਹਾਂ ਆ। ਅਸੀਂ ਇੱਥੇ ਆਉਂਦੇ ਹਾਂ, ਆਪਣੇ ਆਪ ਸਾਰਾ ਮੋਸਟਲੀ ਵਰਕ ਵਲੰਟੀਅਰ ਬੇਸਿਸ ਤੇ ਹੈਗਾ, ਮਤਲਬ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਰਾ ਇਹ ਇੱਕ ਤਰ੍ਹਾਂ ਦੀ ਜਾਂਚ ਸਿਖਾਈ ਜਾ ਰਹੀ ਹੈ। ਮੈਂ ਤਾਂ ਇੱਕ ਦਿਨ ਬੇਨਤੀ ਕਰ ਰਿਹਾ ਸੀਗਾ, ਆਪਾਂ ਗੁਰਦੁਆਰਾ ਸਾਹਿਬ ਆ ਕੇ ਬਰਤਨ ਧੋਨੇ ਆ, ਸਭ ਚੀਜ਼ਾਂ ਕਰਦੇ ਆ, ਇੱਥੋਂ ਐਕਸਰਸਾਈਜ਼ ਸਿੱਖ ਕੇ ਕੁਝ ਘਰ ਅਪਲਾਈ ਕੀਤੀ ਜਾਏ। ਵੈਸਟਰਨਾਈਜ਼ ਵਰਲਡ ਵਿੱਚ, ਅਮਰੀਕਨਾਈਜ਼ ਵਰਲਡ ਵਿੱਚ ਰਹਿੰਦਿਆਂ ਹੋਇਆਂ ਡੋਮੈਸਟਿਕ ਇਨਵਾਇਰਮੈਂਟ ਦੇ ਵਿੱਚ ਜੇ ਬਿਨਾਂ ਕਿਸੇ ਜੈਂਡਰ ਖਾਸ ਕਰਕੇ ਰੋਲ ਡਿਸਕ੍ਰਿਪਸ਼ਨ ਤੋਂ ਜੇ ਘਰਾਂ ਦੇ ਕੰਮ ਕੀਤੇ ਜਾਣ ਤੇ ਜ਼ਿੰਦਗੀ ਸਭ ਦੀ ਸੁਖਾਲੀ ਹੋ ਸਕਦੀ ਹੈ। ਪਰ ਜਿੱਥੇ ਬੰਦਾ ਕਹੇ ਨਹੀਂ 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 ਘਰ ਦੇ ਵਿੱਚ ਆ ਕੇ ਨਹੀਂ ਇਹ ਤੇ ਕੰਮ ਹੈ ਤੇ ਲੇਡੀਜ਼ ਕਰਨਗੇ ਇਸ ਰੂਪ 'ਚ, ਭਾਈ ਗੁਰਦੁਆਰਾ ਸੰਸਥਾ 'ਚ ਦੇਖੋ ਆ ਕੇ, ਇਸ ਮਤਲਬ ਚਲੋ ਵੈਸਟਰਨ ਵਰਲਡ ਤੇ ਸਿਖਾਏ ਜਿਵੇਂ ਸਿਖਾਏ, ਪਰ ਸਾਨੂੰ ਤੇ ਕਿਸ ਤਰੀਕੇ ਨਾਲ ਸਿਖਾਇਆ ਗਿਆ, ਇਤਨੇ ਕਮਾਲ ਦੇ ਤਰੀਕੇ ਦੇ ਨਾਲ। ਇਹਦੇ ਬਾਬਤ ਹਾਲਾਂਕਿ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ, ਮੈਂ ਬੜੇ ਕਲੋਜ਼ ਬਾਏ ਜਿਹੜੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਲੋਜ਼ਲੀ ਵਾਚ ਕੀਤੀਆਂ, ਕੁਛ ਜਿਨ੍ਹਾਂ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਖਾਸ ਕਰਕੇ ਫਰੀਲੈਂਸਰਸ ਹੈਗੇ ਨੇ ਵਰਲਡ ਵਾਈਡ, ਆਲਮੋਸਟ ਸਾਰੇ ਹੀ ਪਹੁੰਚੇ ਉੱਥੇ। ਵੱਡੇ ਜਿਹੜੇ ਬਲੌਗ ਰਾਈਟਰਸ ਹੈਗੇ ਨੇ ਜਿਹੜੇ ਹਿਊਮਨ ਮੂਵਮੈਂਟਸ ਦੇ ਉੱਤੇ ਹੀ ਜਿਹੜੀਆਂ ਇਹਨਾਂ ਚੀਜ਼ਾਂ 'ਤੇ ਬਹੁਤ ਡੀਪਲੀ ਸਟੱਡੀਜ਼ ਕਰਦੇ ਨੇ, ਉਹਨਾਂ 'ਚ ਕੁਛ ਚੀਜ਼ਾਂ ਉਹਨਾਂ ਨੂੰ ਬੜੀਆਂ ਕਮਾਲ ਦੀਆਂ ਲੱਗੀਆਂ। ਕਮਾਲ ਦੀਆਂ ਇਹ ਚੀਜ਼ਾਂ ਲੱਗੀਆਂ ਕਿ ਉੱਥੇ ਮਾਈਆਂ ਵੀ ਆਈਆਂ ਨੇ, ਮਤਲਬ ਬੰਦੇ ਤੇ ਹੈ ਹੀ ਨੇ ਵੱਡੇ ਲੈਵਲ 'ਤੇ,
ਪਰ ਇੱਕ ਜਿਹੜਾ ਰੋਲ ਹੁੰਦਾ ਟ੍ਰੈਡੀਸ਼ਨਲ ਵੇ ਨਾਲ ਇੰਡੀਅਨ ਕਲਚਰ 'ਚ ਉਹਨਾਂ ਰੋਲ ਸੁਣਿਆ ਸੀਗਾ ਵੀ ਲੇਡੀਜ਼ ਦਾ ਹੀ ਰੋਲ ਹੁੰਦਾ, ਲੰਗਰ ਪਕਾਉਣ ਦਾ, ਚੁਕਾਉਣ ਦਾ, ਭਾਂਡੇ ਮਾਂਜਣ ਦਾ, ਕੱਪੜੇ ਧੋਣ ਦਾ, ਸਾਰਾ ਉੱਥੇ ਮੋਸਟਲੀ ਜੈਂਟਸ ਕਰ ਰਹੇ ਨੇ ਵੱਡੇ ਲੈਵਲ ਤੇ ਸਾਰੇ ਦੇ ਉੱਤੇ ਬੜੇ ਸਰਪ੍ਰਾਈਜ਼ ਹੋਏ ਵੀ ਇਹ ਕੀ ਹੋਇਆ। ਤੇ ਉਹ ਖੈਰ ਕੁਛ ਚੀਜ਼ਾਂ ਦਾ ਤੇ ਇੱਧਰੋਂ ਉੱਧਰ ਉੱਕੜ ਦੁੱਕੜ ਜਵਾਬ ਮਿਲਿਆ। ਤੇ ਜਦੋਂ ਸਾਰੀ ਗੱਲਬਾਤ ਕਰਦਿਆਂ ਹੋਇਆ ਕਿਸੇ ਇੱਕ ਸ਼ਖਸ ਕੋਲ ਗਏ ਤੇ ਉਹ ਕਹਿੰਦੇ ਲੱਗਦਾ ਤੁਸੀਂ ਨਵੇਂ ਆਏ ਹੋ ਇੱਥੇ, ਤੁਸੀਂ ਕਦੀ ਗੁਰਦੁਆਰਾ ਸਾਹਿਬ ਨਹੀਂ ਗਏ, ਜਾ ਕੇ ਦੇਖੋ। ਅਸੀਂ ਇਹ ਮਾਡਲ ਗੁਰੂ ਸਾਹਿਬ ਨੇ ਦਿੱਤਾ ਤੇ ਇਹਦੇ ਵਿੱਚ ਇਹ ਐਪਲੀਕੇਸ਼ਨ ਹੈ ਸਾਰੇ ਦੀ ਸਾਰੀ। ਖੈਰ ਜਿੱਥੇ ਬੇਨਤੀ ਕਰਨ ਲੱਗਾ ਸੀ ਵਾਪਸ ਉੱਤੇ ਆਵਾਂ, ਮਹਾਰਾਜ ਨੇ ਬਿਆਨ ਕੀਤਾ ਪੋਸੀਬਿਲਿਟੀ ਹੈ ਪੜ੍ਹਿਆ ਹੋਵੇ ਗੁਣੀਗਾਰ, ਸਭ ਤਰ੍ਹਾਂ ਦਾ ਗਿਆਨ ਪੜ੍ਹ ਕੇ ਵੀ ਬੰਦਾ ਗੁਨਾਹ ਦੀ ਸੀੜੀ ਚੜ੍ਹ ਜਾਏ, ਗੁਨਾਹ ਦੀ ਪੰਡ ਜਿਹੜੀ ਉਹ ਸਿਰ ਤੇ ਰੱਖ ਲੇ, ਪੜ੍ਹਿਆ ਹੋਵੇ ਗੁਣੀਗਾਰ। ਤੇ ਉਹਦੇ ਇਵਜ ਵਿੱਚ ਓਮੀ ਸਾਧਨਾ ਮਾਰੀ ਹੈ। ਇਹੋ ਜਿਹਾ ਸਾਧੂ ਆਦਮੀ ਜਿਸ ਨੂੰ ਕਿਸੇ ਨੇ ਗਿਆਨ ਨਹੀਂ ਪੜ੍ਹਾਇਆ, ਸ਼ਾਸਤਰ ਨਹੀਂ ਪੜ੍ਹਾਇਆ, ਕੋਈ ਐਕਸੈਸ ਨਹੀਂ ਮਿਲਿਆ ਤਾਲੀਮ ਦਾ, ਇੱਧਰੋਂ ਉੱਧਰੋਂ ਕਿਤੋਂ ਸੁਣ ਕੇ ਪਤਾ ਲੱਗਾ ਵਾਹਿਗੁਰੂ ਨੂੰ ਆਵਾਜ਼ ਦੇਣੀ ਚਾਹੀਦੀ ਹੈ, ਕੂਕਣਾ ਚਾਹੀਦਾ, ਬੋਲਣਾ ਚਾਹੀਦਾ, ਉਹਦਾ ਨਾਂ ਲੈਣਾ ਚਾਹੀਦਾ, ਓਮੀ ਓਮ ਓਮ ਹੀ ਕਰਦਾ ਰਿਹਾ। ਮਹਾਰਾਜ ਕਹਿੰਦੇ ਉਹ ਸਾਧੂ ਬਣ ਗਿਆ। ਇਹ ਪੋਸੀਬਿਲਿਟੀ ਹੈ। ਇੱਥੇ ਬਾਬਾ ਜੀ ਦਾ ਬਚਨ ਪੜ੍ਹ ਰਹੇ ਸੀ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਮਾਲਕ ਮੈਂ ਤੇਰੀ ਕੀ ਤਾਰੀਫ ਕਰਾਂ, ਕੀ ਵਡਿਆਈ ਕਰਾਂ, ਮੁਝ ਅਦਨੇ ਕੋਲ ਨੇਤਰ ਹੀ ਨਹੀਂ ਹੈਗਾ, ਏਡੀ ਵੱਡੀ ਹਸਤੀ ਨੂੰ ਕਿੱਧਰੋਂ ਵੇਖਾਂ ਤੇ ਕਿੱਧਰੋਂ ਬਿਆਨ ਕਰਾਂ। ਹਾਂ ਇੰਨੀ ਮੈਨੂੰ ਸਮਝ ਆ ਗਈ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਮੇਰਾ ਮਨ ਹਰੀ ਹਰੀ ਕਰਦਾ ਹੈ, ਮੇਰਾ ਮਨ ਗੁਰੂ ਗੁਰੂ ਕਰਦਾ ਹੈ, ਤੇਰੀ ਆਰਾਧਨਾ ਕਰਦਾ ਹੈ। ਆਹ ਬਚਨ ਐਗਜ਼ੈਕਟਲੀ ਇਸੇ ਕਿਸਮ ਦੀ ਰਿਫਲੈਕਸ਼ਨ ਦੇ ਰਿਹਾ। ਸਾਹਿਬ ਕਹਿੰਦੇ ਹਰ 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 ਹਰੇ ਹਰ 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 ਹੇਤ, ਉਠਤ ਬੈਠਤ ਸੋਵਤੇ ਹਰ 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 ਚੇਤ। ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ, ਮਤਲਬ ਇੱਕ ਲਿਵ ਲੱਗ ਜਾਣੀ ਕਿਸੇ ਪਾਸੇ, ਚੇਟਕ ਲੱਗ ਜਾਣੀ, ਉਹਨੂੰ ਚੇਤੇ ਕਰਨਾ, ਇਹ ਰਹਾ ਉਹਦਾ ਪਤਾ ਆ। ਸ਼ੁਰੂਆਤੀ ਬੰਦ 'ਚ ਆ ਜਾਈਏ, ਮਹਾਰਾਜ ਕਹਿੰਦੇ ਚਰਨ ਭਏ ਸੰਤ ਬੋਹਿਤਾ ਤਰੇ ਸਾਗਰ ਜੇਤ। ਚਰਨ ਭਏ ਸੰਤ ਬੋਹਿਤਾ, ਜਿਹੜੇ ਸੰਤ ਜਨਾਂ ਦੇ ਚਰਨ ਨੇ ਉਹ ਇੱਕ ਤਰ੍ਹਾਂ ਦੇ ਬੋਹਿਤ ਬਣ ਗਏ, ਜਹਾਜ਼ ਬਣ ਗਏ ਮੇਰੇ ਵਾਸਤੇ, ਬੇੜਾ ਬਣ ਗਏ। ਇਸ ਤਰ੍ਹਾਂ ਅਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ਬਾਨ ਦੇ ਵਿੱਚ ਬੜੇ ਡਿਫਰੈਂਟ ਕਹਿ ਲਓ ਟਰਮਨੋਲੋਜੀਜ਼ ਦੇ ਨਾਲ ਜਾਂ ਆਸਪੈਕਟਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਕੋਈ ਕੰਮ ਚੰਗਾ ਹੋ ਜਾਏ ਤੇ ਬੰਦੇ ਨੂੰ ਇੱਕ ਸਾਈਕੋਲੋਜੀਕਲ ਲੈਂਗੁਏਜ ਵਿੱਚ ਕਹਿੰਦੇ ਹਾਂ ਅਸੀਂ ਫਰੌਡ ਸਿੰਡਰਮ, ਬੰਦੇ ਨੂੰ ਵਿਸ਼ਵਾਸ ਨਾ ਆਏ ਵੀ ਕੰਮ ਵਾਕਿਆ 'ਚ ਹੀ ਹੋ ਗਿਆ। ਤੇ ਖਾਸ ਕਰਕੇ ਜਿਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਰੇ ਹਰਡਲਸ ਹੋਣ, ਬੜੇ ਫੇਲੀਅਰ ਦੇਖੇ ਹੋਣ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣ, ਤੇ ਉਹ ਇਹ ਨਹੀਂ ਕਿ ਉਹਨਾਂ ਦੀ ਐਬਿਲਿਟੀ ਕਰਕੇ ਉਹ ਫੇਲ ਹੋਏ ਹੋਣ, ਹਰਡਲਸ ਕਰਕੇ, ਹਰਡਲਸ ਹੀ ਉਹਨੇ ਪਾ ਤੇ ਜਾਣ। ਜਿਵੇਂ ਰੇਸ਼ਿਜ਼ਮ ਹੈ, ਬੜਾ ਵੱਡਾ ਹਰਡਲ ਆ। ਇੱਕ ਬੱਚਾ ਸਭ ਕੁਝ ਪ੍ਰਾਪਤ ਕਰਕੇ ਵੀ ਕਿਤੇ ਨਹੀਂ ਪਹੁੰਚ ਪਾ ਰਿਹਾ, ਉਹਦੀ ਐਬਿਲਿਟੀ ਕਰਕੇ ਨਹੀਂ, ਕੋਈ ਹਰਡਲ ਹੈ, ਤੇ ਕਿਸੇ ਤਰੀਕੇ ਨਾਲ ਇੱਕ ਜਗ੍ਹਾ ਪਹੁੰਚ ਜਾਂਦਾ ਤੇ ਉਹਦੇ ਅੰਦਰ ਇੱਕ ਪੋਸੀਬਿਲਿਟੀ, ਇੱਕ ਸਿੰਡਰਮ ਆ ਜਾਏ, ਫਰੌਡ ਸਿੰਡਰਮ। ਉਹਨੂੰ ਵਿਸ਼ਵਾਸ ਹੀ ਨਾ ਆਵੇ, ਮੈਂ ਕਰਤਾ ਹੋ ਗਿਆ ਭਈ, ਹੋ ਜਾਣਾ ਸੀਗਾ, ਤੂੰ ਮਿਹਨਤ ਕੀਤੀ ਸਭ ਚੀਜ਼ਾਂ, ਪਰ ਕਾਰਨ ਕੀ ਹੈ? ਕਿਉਂਕਿ ਹਰਡਲ ਇੰਨੇ ਸੀਗੇ, ਪਾਰ ਕਰਦਿਆਂ ਆਤਮ ਵਿਸ਼ਵਾਸ ਬਿਲਕੁਲ ਲੋਅਰ ਲੈਵਲ ਤੇ ਆ ਗਿਆ। ਇਸ ਨੂੰ ਅਸੀਂ ਕਹਿੰਦੇ ਹਾਂ ਇੱਕ ਫਰੌਡ ਸਿੰਡਰਮ ਆ ਜਾਣਾ। ਇਸ ਰੂਪ ਦੇ ਵਿੱਚ ਜਿਹੜੀ ਹੈ ਬਾਤ ਚਲੀ ਜਾਣੀ। ਫਿਰ ਜਿਨ੍ਹਾਂ ਸਮਾਜਾਂ ਦੇ ਵਿੱਚ ਇਸ ਕਿਸਮ ਦੇ ਬਹੁਤ ਸਾਰੇ ਹਰਡਲਸ ਲਗਾਤਾਰ ਵੇਖੇ ਹੋਣ, ਤੇ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਹੈ ਵੀ ਕੋਈ ਜੇ ਕੰਮ ਬਣਿਆ ਹੋਇਆ ਆ ਤੇ ਨਾ ਕਿਤੇ, ਜਿਹਨੂੰ ਅੰਗਰੇਜ਼ੀ ਲਿਟਰੇਚਰ 'ਚ ਕਿਹਾ ਜਾਂਦਾ ਹੈ ਜਾਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕਿ ਟੱਚਵੁੱਡ, ਜਾਂ ਵੀ ਜਿਹੜੀ ਡੈਵਿਲ ਸੋਲ ਆ ਉਹ ਨਾ ਸੁਣ ਲਵੇ, ਕਿਤੇ ਨਜ਼ਰ ਨਾ ਲੱਗ ਜੇ, ਜਿਹਨੂੰ ਅਸੀਂ ਆਮ ਕਰਕੇ ਕਹਿੰਦੇ ਹਾਂ। ਤੇ ਅਸੀਂ ਕਈ ਵਾਰੀ ਕੋਈ ਕੰਮ ਹੋ ਜਾਏ ਤੇ ਅਸੀਂ ਕਹਿੰਦੇ ਹਾਂ ਵੀ ਪਤਾ ਨਹੀਂ ਕਿਹਦੇ ਪੈਰਾਂ ਪਿੱਛੇ, ਕਿਹਦੇ ਚਰਨਾਂ ਪਿੱਛੇ, that kind of ਜਿਹੜੇ ਪਤਾ ਨਹੀਂ ਕਿਹਦੇ ਪੈਰਾਂ ਪਿੱਛੇ ਆ ਚੀਜ਼ ਹੋ ਗਈ। ਇਸ ਰੂਪ ਦੇ ਅੰਦਰ ਇਹਦਾ ਮਾਇਨਾ ਜਾਣੋ, ਅਸੀਂ ਕਿਸੇ ਨੂੰ ਕ੍ਰੈਡਿਟ ਦੇ ਰਹੇ ਹਾਂ, ਤੇ ਕ੍ਰੈਡਿਟ ਦੇ ਰਹੇ ਹਾਂ ਉਸ ਨੂੰ ਜਿਸ ਨੇ ਸਾਨੂੰ ਕਿਸੇ ਚੰਗੇ ਹੋਣ ਵਾਸਤੇ, ਚੰਗਾ ਕਰਨ ਵਾਸਤੇ ਪ੍ਰੇਰ ਦਿੱਤਾ। ਉਹਦੇ ਚਰਨ ਨੇ, ਉਹ ਪ੍ਰੇਰਨਾ ਹੈ ਸਾਡੇ ਲਈ। ਅਸੀਂ ਉਸ ਪ੍ਰੇਰਨਾ ਨੂੰ, ਭਾਵੇਂ ਥੋੜ੍ਹੀ ਜਿਹੀ ਪ੍ਰੇਰਨਾ ਹੀ ਕਿਉਂ ਨਾ ਹੋਏ, ਮਾਮੂਲੀ ਜਿਹੀ ਪ੍ਰੇਰਨਾ ਹੀ ਕਿਉਂ ਨਾ ਹੋਏ, ਉਸ ਪ੍ਰੇਰਨਾ ਦਾ ਅਹਿਸਾਸ ਆਪਣੀ ਸੁਰਤ 'ਚ ਜਿਹੜਾ ਹੈਗਾ ਪਾ ਲੈਂਦੇ ਹਾਂ। ਤੇ ਜਿੱਥੇ ਪ੍ਰੇਰਨਾ ਬਿਲਕੁਲ ਪੋਜ਼ਿਟਿਵ ਤੇ ਚੰਗੀ ਹੋਏ, ਜਿੱਥੇ ਕਿਹਾ ਜਾ ਰਿਹਾ ਹੋਏ ਕਿ ਬੰਦੇ ਤੂੰ ਰੱਬ ਦਾ ਰੂਪ ਹੈ, ਤੂੰ ਕਿਉਂ ਨਹੀਂ ਕਰ ਸਕਦਾ, ਜਿਹਦੀ ਪ੍ਰੇਰਨਾ ਹੀ ਬਾਂਹ ਫੜਨ ਵਾਲੀ ਹੋਏ, ਜਿਹਦੀ ਪ੍ਰੇਰਨਾ ਇਸ ਰੂਪ ਦੇ ਵਿੱਚ ਹੋਏ। ਸਪੋਜ਼ ਹਰ ਮਤਲਬ ਵਡਿਆਉਣਯੋਗ ਚੀਜ਼ ਹਰ ਜਗ੍ਹਾ 'ਤੇ ਮਿਲ ਜਾਂਦੀ ਹੈ ਜੇ ਬੰਦਾ ਚਾਹੇ। ਤੇ ਮੈਨੂੰ ਯਾਦ ਆ, ਮੈਂ
ਬਹੁਤ ਇੱਥੇ ਜਦੋਂ ਐਜ਼ ਇਮੀਗ੍ਰੈਂਟ ਆਇਆ ਹੀ ਸੀਗਾ, ਤੇ ਮੈਂ ਇੱਕ ਮਾਸਟਰ ਯੂਨੀਵਰਸਿਟੀ ਮੈਂ ਕੋਰਸ ਸ਼ੁਰੂ ਕੀਤਾ ਇੱਕ, ਤੇ ਪ੍ਰੋਫੈਸਰ ਬਹੁਤ ਹਿੰਗੇਰੀਅਨ ਜਿਊ ਸੀਗਾ, ਸੰਤ ਬਿਰਤੀ ਆਦਮੀ ਇਸ ਤਰ੍ਹਾਂ ਕਹਿ ਲਓ, ਬਜ਼ੁਰਗ ਸੀਗਾ। ਤੇ ਮੈਂ ਉਸ ਨੂੰ, ਜਿਵੇਂ ਬੰਦਾ ਪਹਿਲਾਂ ਹੀ ਆਪਣੇ ਡਰ ਨੂੰ ਉਹਦੇ ਸਾਹਮਣੇ ਇਜ਼ਹਾਰ 'ਚ ਕਰ ਦਿੰਦਾ ਹੈ ਕਿ ਮੈਂ ਲਿਟਰੇਚਰ ਦਾ ਸਟੂਡੈਂਟ ਰਿਹਾ ਵਾਂ, ਬਟ ਹਿਊਮਨ ਸਾਇੰਸਿਸ ਬਾਰੇ ਜੋ ਕੁਝ ਮੈਂ ਪੜ੍ਹਨਾ ਆ ਮੈਨੂੰ ਕੋਈ ਬਹੁਤਾ ਪਤਾ ਨਹੀਂ ਹੈਗਾ ਇਹਦੇ ਬਾਰੇ, ਸੋ ਪਲੀਜ਼ ਐਕਸੈਪਟ ਮਾਈ ਅਪੋਲੋਜੀ ਐਕਚੁਅਲੀ ਇਨ ਐਡਵਾਂਸ ਔਰ ਇਨ ਫਰੰਟ, ਇਹ ਗੱਲ ਕਹੀ। ਤੇ ਉਹ ਲਿਟਰਲੀ ਤੌਰ 'ਤੇ ਥੋੜ੍ਹਾ ਮੁਸਕਰਾਇਆ, ਈਵਨ ਹੱਸਿਆ ਥੋੜ੍ਹਾ ਜਿਹਾ, ਹੱਸ ਕੇ ਕਹਿੰਦਾ ਹੈ ਵੀ ਦੈਟ ਇਜ਼ਨਟ ਐਨਫ that you are coming here and giving us that valuable time. That's more than sufficient, though more than enough. Rest of job is ours. Don't think about anything else. ਹੱਦ ਹੋ ਗਈ, ਤੂੰ ਇੱਥੇ ਆ ਗਿਆ ਥੋੜਾ ਨਹੀਂਗਾ, ਇੱਥੇ ਤੂੰ ਬਹੁਤ ਸਾਡੇ ਤੇ ਬੜੀ ਵੱਡਾ, ਤੇ ਲਿਟਰਲੀ ਤੌਰ ਤੇ ਜਿਵੇਂ ਨਾ ਬੰਦਾ ਕਿਸੇ ਨੂੰ ਕਹਿੰਦਾ ਕਿ ਭਾਈ ਤੂੰ ਬਹੁਤ ਵੱਡੀ ਜੌਬ ਕਰ ਲਈ ਹੈ, ਦੈਟਸ ਗੁੱਡ ਹੈ, ਬਹੁਤ ਐਨਫ ਹੈ। ਹੁਣ ਸਾਡੀ ਜੌਬ ਆ, ਅਸੀਂ ਜੋ ਮਤਲਬ ਜਿਹੜਾ ਹੈਗਾ ਉਸ ਰੂਪ ਦੇ ਜਿਵੇਂ ਅੱਗੇ ਵੱਧ ਕੇ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਕਹਿਣਾ ਵੀ ਤੂੰ ਚੱਲ। ਤੇ ਇਸ ਤਰ੍ਹਾਂ ਜਾਣੋ ਜਿਵੇਂ ਜਿਵੇਂ ਬੰਦਾ ਉਸ ਐਕੈਡੈਮਿਕ ਦੁਨੀਆ ਜਿਵੇਂ ਵਾਕ ਕਰੇਗਾ, ਜਿਵੇਂ ਮੈਂ ਉਸ ਰੂਪ ਵਿੱਚ ਤੁਰਦਾ, ਤੇ ਮੇਰੇ ਮਨ ਵਿੱਚੋਂ ਕੀ ਆਏਗਾ ਭਾਈ, ਉਹਦੀ ਪ੍ਰੇਰਨਾ, ਭਾਈ ਕਮਾਲ ਕਰਦੀ ਬੰਦੇ ਨੇ। ਮਤਲਬ ਪਹਿਲੇ ਦਿਨ ਹੀ ਬੰਦੇ ਨੂੰ ਇਸ ਕਿਸਮ ਦਾ ਜਿਹੜਾ ਉਹਨੂੰ ਪ੍ਰੈਜੈਂਟੇਸ਼ਨ ਦਿੱਤੀ ਗਈ, ਇਸ ਕਿਸਮ ਦਾ ਉਹਦਾ ਕੌਨਫੀਡੈਂਸ ਲੈਵਲ ਇੱਥੇ ਲੈ ਆਉਂਦਾ। ਜਦੋਂ ਅਸੀਂ ਗੁਰੂ ਬਾਬਾ ਜੀ ਦੀ ਬਾਣੀ ਪੜ੍ਹਦੇ ਹਾਂ ਜਾਂ ਸੰਗਤ ਦਾ, ਜਿਵੇਂ ਆਪਾਂ ਸੰਗਤ 'ਚ ਸਾਰਿਆਂ ਨੂੰ ਐਡਰੈਸ ਹੀ ਸੰਤ ਰੂਪ ਕਰਕੇ ਕੀਤਾ ਜਾਂਦਾ, ਪਹਿਲੇ ਦਿਨ ਹੀ ਉਹਨੂੰ ਇੰਪਾਵਰਮੈਂਟ ਦੇ ਦਿੱਤੀ, ਭਾਈ ਤੂੰ ਇੱਥੇ ਆ ਗਿਆ ਨਾ, ਗੁਰੂ ਦਾ ਕਾਰਜ ਆ। ਭਾਈ ਗੁਰਦਾਸ ਜੀ ਨੇ ਕਈ ਵਾਰ ਰਚਨਾਵਾਂ ਨੂੰ ਪੜ੍ਹੋ, ਜਾਂ ਗੁਰੂ ਮਹਾਰਾਜ ਦੀ ਬਾਣੀ 'ਚ ਸਾਹਿਬ ਮਹਾਰਾਜ ਬਿਆਨ ਕਰਦੇ ਕਿ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਉਹੀ ਪੀ ਚੰਦਨ ਹੋਏ ਰਹੇ ਬਸੈਂ ਜੋ ਚੰਦਨ ਪਾਸ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਕੀ ਸੰਗਤ ਦਾ, ਮੈਂ ਤੈਨੂੰ ਵਡਿਆਈ ਦੱਸਦਾ ਤੈਨੂੰ ਗੁਰੂ ਕੀ ਸੰਗਤ ਦੀ ਕੀ ਹੁੰਦੀ ਹੈ। ਗੁਰੂ ਕੀ ਸੰਗਤ ਦੀ ਵਡਿਆਈ ਇਹ ਹੈ ਕਿ ਗੁਰੂ ਨੂੰ ਤਸ਼ਬੀਹ ਦਿਓ ਜਾਂ ਉਹਦੀ ਸੰਗਤ ਨੂੰ ਤਸ਼ਬੀਹ ਦਿਓ ਚੰਦਨ ਦੇ ਬੂਟੇ ਦੇ ਨਾਲ। ਤੇ ਚੰਦਨ ਦਾ ਬੂਟਾ ਇਹ ਕਹਿੰਦਾ ਦੁਨੀਆ ਦੇ ਵੱਖਰੇ ਵੱਖਰੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ 'ਚ ਕੋਈ ਖੂਬੀ ਹੋਣੀ ਚਾਹੀਦੀ ਤਾਂ ਉਹਨਾਂ ਦੀ ਵੈਲਿਊ ਬਣਦੀ। ਚੰਦਨ ਦੇ ਬੂਟੇ ਦੇ ਕੋਲ ਕੋਈ ਬੂਟਾ ਉਗ ਜਾਏ, ਚੰਦਨ ਦਾ ਬੂਟਾ ਕਹਿੰਦਾ ਤੈਨੂੰ ਲੋੜ ਹੀ ਨਹੀਂ ਕੁਝ ਆਪਣੇ ਅੰਦਰ ਗੁਣ ਪੈਦਾ ਕਰਨ ਦੀ। ਕਿਉਂ? ਕਿਉਂਕਿ ਤੂੰ ਮੇਰੇ ਕੋਲ ਆ ਗਿਆ ਆ, ਤੂੰ ਮੇਰੀ ਕੀਮਤ 'ਚ ਬਾਜ਼ਾਰ 'ਚ ਵਿਕੇਗਾ, ਮੈਂ ਆਪਣੇ ਗੁਣ ਤੇਰੇ ਨਾਲ ਸ਼ੇਅਰ ਕਰ ਦਿਆਂਗਾ, ਆਪਣੀ ਖੁਸ਼ਬੂ। ਚੰਦਨ ਕਹਿ ਜਿਹੜੇ ਉਹ ਨਿਕਟ ਵਸਣ ਦੇ ਨਾਲ ਹੀ, ਕਿਆ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ। ਜਿਹੜਾ ਉਹਦੇ ਕੋਲ ਆ ਗਿਆ ਨਾ, ਚੰਦਨ ਨੇ ਉਹਨੂੰ ਵੀ ਚੰਦਨ ਕਰ ਲਿਆ ਆਪਣੇ ਵਰਗਾ। ਤੇ ਫਿਰ ਕਿਉਂ ਨਹੀਂ ਕਹੇਗਾ ਦੂਸਰਾ ਉਹ ਢਾਕ ਪਲਾਸ, ਉਹ ਕੋਈ ਕਿਸੇ ਕਿਸਮ ਦਾ ਬੂਟਾ ਹੋਏ, ਕਿੱਕਰ ਦਾ ਹੋਏ, ਨਿੰਮ ਦਾ ਹੋਏ, ਉਹ ਕਿਉਂ ਨਹੀਂ ਕਹੇਗਾ ਚੰਦਨ ਤੇਰੇ ਚਰਨਾਂ ਕਰਕੇ, ਚੰਦਨ ਤੇਰੇ ਪ੍ਰਭਾਵ ਕਰਕੇ। ਮੈਂ ਤੇ ਕੁਝ ਵੀ ਨਹੀਂ ਸੀਗਾ, ਮੈਂ ਤੇ ਅੱਕ ਧਤੂਰਾ ਸੀਗਾ, ਮੈਂ ਤੇ ਨਿੰਮ ਸੀਗਾ, ਮੈਂ ਤੇ ਕਿੱਕਰ ਸੀਗਾ, ਮੈਂ ਤੇ ਬਬੂਲ ਸੀਗਾ, ਪਰ ਚੰਦਨ ਤੇਰੇ ਕਰਕੇ। ਆ ਰੂਪ ਆ ਰਿਹਾ ਇਹਦੇ 'ਚ ਬਚਨ ਹੈ, ਚਰਨ ਭਏ ਸੰਤ ਬੋਹਿ ਥਾ। ਮੈਨੂੰ ਉਹਨਾਂ ਦੀ ਸੰਤ ਜਨਾਂ ਦੀ ਸੋਭਤ ਮਿਲੀ, ਉਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਪ੍ਰਭਾਵ ਮੇਰੇ ਜੀਵਨ 'ਚ ਆਇਆ। ਤਰੇ ਸਾਗਰ ਜੇਤ, ਜਿਹਦੇ ਕਰਕੇ ਨਾ ਮੈਂ ਜੇਤ, ਜਿਹਦੇ ਕਰਕੇ ਸਾਗਰ ਤਰ ਗਿਆ। ਸਾਗਰ ਅੱਗੇ ਡਿਟੇਲ 'ਚ ਬਾਤ ਆਏਗੀ ਇਹਦੀ। ਮਾਰਗ ਪਏ ਉਦਿਆਨ ਮੈਂ ਗੁਰਦੱਸੇ ਭੇਤ, ਮਾਰਗ ਪਏ ਉਦਿਆਨ ਮੈਂ। ਉਦਿਆਨ ਵੈਸੇ ਜੰਗਲ ਨੂੰ ਕਿਹਾ ਜਾਂਦਾ ਹੈ, ਪਰ ਸੱਚ ਇਹ ਹੈ ਤੁਸੀਂ ਕਿਤੇ ਵੀ ਰਾਹ ਭਟਕ ਜਾਓ ਉਹ ਜੰਗਲ ਤੋਂ ਘੱਟ ਨਹੀਂਗਾ। ਅੱਜ ਆਪਾਂ ਏਡੇ ਮਤਲਬ ਕਹਿ ਲਓ ਕਿ ਵਧੀਆ ਮੁਲਕ ਵਿੱਚ ਰਹਿ ਰਹੇ ਹਾਂ, ਹਾਈਵੇਜ਼, ਰੋਡ ਚਾਰ ਚੁਫੇਰੇ ਪਏ ਨੇ। ਸਪੋਜ਼ ਕਰੋ ਸਭ ਆਪ ਆਪਣੇ ਰਾਹਾਂ ਤੇ ਪ੍ਰੋਪਰਲੀ ਜਾਣ, ਸਾਡੀ ਅਰਦਾਸ ਹੈ ਹਮੇਸ਼ਾ। ਪਰ ਆਪ ਕਿਤੇ ਦੂਰ ਦੁਰਾਡੇ ਗਏ ਹੋਵੋ ਤੇ ਰਾਹ ਭੁੱਲ ਜਾਏ, ਕੀ ਹੋਏਗਾ? ਘਬਰਾਹਟ, ਡਰ, ਸਭ ਕੁਝ ਹੋਏਗਾ। ਕਿੱਧਰ ਜਾਵਾਂਗਾ ਹੁਣ ਮੈਂ? ਪਰ ਜੇ ਉਸੇ ਸਮੇਂ ਦੇ ਵਿੱਚ ਇੱਕ GPS ਆ ਜਾਏ, ਓਕੇ ਤੈਨੂੰ ਲੋੜ ਹੀ ਨਹੀਂ, ਡੋਂਟ ਵਰੀ ਅਬਾਊਟ ਇਟ, ਮੈਂ ਤੈਨੂੰ ਦੱਸਦਾ ਇੱਥੋਂ ਸੱਜੇ ਕਰ ਖੱਬੇ ਕਰ, ਇਸ ਤਰੀਕੇ ਨਾਲ। ਕੀ ਹੈ ਬੰਦੇ ਦੀ ਘਬਰਾਹਟ। ਜਿਹੜੇ ਲੋਕ ਪਹਿਲੀਆਂ 'ਚ ਇੱਥੇ ਆਏ, ਆਪਨੇ ਬਹੁਤ ਸਟੋਰੀ ਸੁਣੀਆਂ ਹੋਣਗੀਆਂ, ਲੈਂਗੁਏਜ ਨਹੀਂ ਸੀ ਆਉਂਦੀ, ਇੱਥੋਂ ਦੇ ਸਿਸਟਮ ਬਾਰੇ ਬਿਲਕੁਲ ਨਹੀਂ ਸੀ, ਕਿਵੇਂ ਨਿਸ਼ਾਨੀਆਂ ਲਾ ਲਾ ਕੇ, ਮਤਲਬ ਈਵਨ ਡਰਾਈਵ ਵੀ ਕਰਦੇ ਸੀਗੇ ਬਿਲਡਿੰਗਾਂ ਗਿਣ ਕੇ, ਸੜਕਾਂ ਗਿਣ ਕੇ, ਸਭ ਉਸ ਰੂਪ ਦੇ ਵਿੱਚ।
ਤੇ ਜਿੱਦਣ ਕਿਤੇ GPS ਆਇਆ ਹੋਏਗਾ ਜਾਂ ਪਹਿਲਾਂ ਬੁੱਕ ਆਈ ਹੋਏਗੀ, ਮੈਪ ਬੁੱਕ ਆਈ ਹੋਏਗੀ, ਮਾਈ ਗੁੱਡਨੈਸ, ਉਹ ਤੇ ਕਹਿੰਦੇ ਹੋਣਗੇ ਕਮਾਲ ਹੋ ਗਈ, ਆ ਜਿਹੜੀ ਚੀਜ਼ ਆ ਇੱਥੇ। ਤੇ ਗੁਰੂ ਸਾਹਿਬ ਨੇ ਕੀ ਕੀਤਾ? ਆ ਗੁਰੂ ਗ੍ਰੰਥ ਸਾਹਿਬ ਕੀ ਕਹੋਗੇ ਤੁਸੀਂ? ਸਿੱਖ ਇੰਸਟੀਟਿਊਸ਼ਨ ਕੀ ਕਹੋਗੇ ਤੁਸੀਂ? GPS ਹੀ ਹੈ, ਬਿਲਕੁਲ ਕੰਨੋਂ ਫੜ ਕੇ ਰਾਹ ਪਾ ਦਿੰਦਾ ਇਸ ਰੂਪ ਦੇ ਵਿੱਚ। ਸਾਹਿਬ ਮਹਾਰਾਜ ਕਹਿੰਦੇ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ। ਗੁਰੂ ਭੇਤ ਦੱਸਦਾ ਜਾਂਦਾ, ਤੁਸੀਂ ਬਸ ਫੋਲੋ ਕਰੀ ਚੱਲੋ, ਗੁਰੂ ਤੁਹਾਨੂੰ ਬਿਲਕੁਲ ਮੰਜ਼ਿਲ ਤੱਕ, ਟਿਕਾਣੇ ਤੱਕ ਪਹੁੰਚਾ ਦੇਗਾ। ਅਗਲਾ ਬਚਨ ਲੈ ਲੈਣੇ ਦੇ ਨਾਲ ਮਹਾਰਾਜ ਕਹਿੰਦੇ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ। ਵੈਸੇ ਪੰਜ ਚੋਰਾਂ ਅੱਗੇ ਬੰਦੇ ਦਾ ਜ਼ੋਰ ਕੋਈ ਨਹੀਂ ਚੱਲਦਾ, ਪਰ ਜਦੋਂ ਕਿਤੇ ਸਾਧ ਸੰਗੇਤ ਹੋ ਜਾਏ, ਸੋਚ ਦਾ ਮੁਹਾਜ ਬਦਲ ਜਾਏ, ਪੰਜਾਂ ਚੋਰਾਂ ਦੀ ਕੀ ਪਾਇਆ ਆ, ਉਹ ਤਾਂ ਅੱਗੇ ਲੱਗ ਜਾਣਗੇ। ਬੰਦੇ ਨੂੰ ਇਹੋ ਜਿਹੀ ਸੰਗਤ, ਇਹੋ ਜਿਹੀ ਸਿੱਖਿਆ, ਇਸ ਤਰੀਕੇ ਨਾਲ ਤੁਸੀਂ ਐਜੂਕੇਟ ਕਰਦੇ ਹੋ, ਚੀਜ਼ਾਂ ਦੇਖੋ ਕਿਵੇਂ ਬਦਲਦੀਆਂ ਨੇ। ਮੈਂ ਕਾਫੀ ਲੰਬੇ ਸਮੇਂ ਤੋਂ ਪ੍ਰਿਜ਼ਨਸ ਦੀ ਸੈਟਿੰਗਸ ਵਿੱਚ ਕੰਮ ਕਰ ਰਿਹਾ ਹਾਂ। ਉੱਥੇ ਜਿਹੜਾ ਸਾਡਾ ਰੋਲ ਹੈ ਇੱਕ ਸਪਿਰਿਚੁਅਲ ਕਾਉਂਸਲਰ ਦੇ ਤੌਰ 'ਤੇ ਹੈਗਾ, ਅਤੇ ਚੈਪਲ ਸਾਡਾ ਜਿਹੜਾ ਮੇਨ ਸਥਾਨ ਹੁੰਦਾ ਜਿਹਦੇ 'ਚ ਅਸੀਂ ਮੋਸਟਲੀ ਸਾਰੇ ਪ੍ਰੋਗਰਾਮ ਜਿਹੜਾ ਕੰਡਕਟ ਕਰਦੇ ਹਾਂ। ਉੱਥੇ ਜੋ ਰਨ ਕਰਦੇ ਨੇ ਸਾਰੇ ਕਾਸੇ, ਉਹਨਾਂ ਨੂੰ ਚੈਪਲੇਨ ਕਿਹਾ ਜਾਂਦਾ ਹੈ। ਖੈਰ ਜੇ ਤੁਸੀਂ ਦੇਖੋਗੇ ਜਿਹੜਾ ਚਰਚ ਦਾ ਜਾਂ ਧਰਮ ਅਦਾਰੇ ਦਾ ਮੋਸਟਲੀ ਕੌਨਸੈਪਟ ਹੈਗਾ, ਉਹ ਹੈਗਾ ਪੂਜਾ ਅਰਚਨਾ, ਵਰਸ਼ਿਪ ਕਰਨਾ। ਪਰ ਜਿਵੇਂ ਜਿਵੇਂ ਮੈਂ ਥੋੜੇ ਸਮੇਂ 'ਚ ਪਿਛਲੇ ਕੁਝ 10-12 ਸਾਲਾਂ 'ਚ ਮੈਂ ਤਬਦੀਲੀ ਦੇਖੀ, ਮੈਸਿਵ ਲੈਵਲ, ਵੱਡੇ ਲੈਵਲ 'ਤੇ ਤਬਦੀਲੀ ਉਹਨਾਂ 'ਚ ਕੀ ਆਈ। ਅਸੀਂ ਨਾ ਉਹਦੇ 'ਚ ਇੰਡੀਕੇਟਰ ਰਿਪੋਰਟਸ ਭਰਦੇ ਹਾਂ, ਮਤਲਬ ਕਿਹੜੀ ਕਾਰਵਾਈ ਕੀਤੀ, ਕੀ ਕੀਤਾ, ਕਿਉਂਕਿ ਹਰ ਚੀਜ਼ ਦਾ ਪੇਪਰ ਵਰਕ ਹੁੰਦਾ, ਪੇਪਰ ਵਰਕ ਨਾਲ ਹੀ ਸਮਾਜ ਚੱਲਦਾ ਸਾਰਾ, ਤੁਹਾਨੂੰ ਪਤਾ। ਉਹਦੇ 'ਚ ਵਕਤ ਪਾ ਕੇ ਨਵੇਂ ਤੋਂ ਨਵੇਂ ਜਿਹੜੇ ਨੇ ਕਹਿ ਲਓ ਕਿ ਉਹਦੇ 'ਚ ਕਾਲਮਸ ਐਡ ਹੋ ਰਹੇ ਨੇ। ਹੁਣ ਉਹਦੇ ਅੰਦਰ ਕਾਲਮ ਇਹ ਐਡ ਹੋ ਰਿਹਾ ਆ ਕਿ ਹਾਊ ਮੈਨੀ ਪੀਪਲ ਆਈ ਐਜੂਕੇਟ ਹੇਅਰ ਡਿਊਰਿੰਗ ਮਾਈ ਵਿਜ਼ਿਟ। When we talk about education, spiritual education to get good deeds, ਇਹ ਚੀਜ਼ਾਂ ਐਡ ਹੋ ਰਹੀਆਂ ਨੇ। ਜਦੋਂ ਮੈਂ ਦੇਖਦਾ ਮੈਨੂੰ ਲੱਗਦਾ ਸਿੱਖੀ ਇਜ਼ ਕਮਿੰਗ, ਇਹੀ ਸਿੱਖੀ ਹੈ। ਜੇ ਬੰਦੇ ਨੂੰ ਤੁਸੀਂ ਸਿੱਖਿਅਤ ਨਹੀਂ ਕਰੋਗੇ, ਆਪਾਂ ਸਾਰਾ ਪੂਰਾ ਦਾ ਪੂਰਾ ਸਰਮਨ ਜਿਹੜਾ ਹੋਇਆ ਇਸ ਨੂੰ ਲੈ ਲਈਏ ਆਪਾਂ ਉਸ ਰੂਪ ਦੇ ਵਿੱਚ, ਵਟ ਇਜ਼ ਦੈਟ? ਇਹ ਕੀ ਹੈ? ਇਹ ਐਜੂਕੇਸ਼ਨ ਹੈ ਸਾਡੇ ਮਨ ਦੀ, ਸਾਡੇ ਅੰਦਰ ਦੀ। ਤੇ ਜਿੱਥੇ ਬੰਦੇ ਨੂੰ ਇਸ ਕਿਸਮ ਦੇ ਨਾਲ ਤੁਸੀਂ ਇਨਹੈਂਸ ਕਰ ਦਿਓਗੇ, ਉਹਨੂੰ ਤਾਕਤ ਦੇ ਦਿਓਗੇ, ਉਹਨੂੰ ਸਮਰੱਥਾ ਦੇ ਦਿਓਗੇ, ਤੇ ਕੀ ਹੋਏਗਾ ਜੀ? ਕਮਜ਼ੋਰੀਆਂ, ਵੀਕਨੈਸਿਸ ਜਿਹੜੀਆਂ ਨੇ ਉਹ ਗ੍ਰਿਪ ਨਹੀਂ ਕਰ ਲਏਗਾ ਉਹਨਾਂ ਤੇ। ਗੁਰੂ ਬਾਬਾ ਜੀ ਨੇ ਇੱਥੇ ਬਾਤ ਕੀਤੀ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ। ਜਦੋਂ ਸਾਧ ਸੰਗਤ ਦਾ ਰੂਪ ਪ੍ਰਾਪਤ ਕੀਤਾ, ਉਹਨਾਂ ਦੇ ਉੱਤੇ ਗ੍ਰਿਪ ਆ ਗਿਆ ਮੇਰਾ। ਪੂੰਜੀ ਸਾਬਤ ਘਣੋ ਲਾਭ, ਇਹ ਲੈਂਗੁਏਜ ਸਾਨੂੰ ਸਮਝ ਆਉਂਦੀ ਹੈ। ਆਪਾਂ ਕਿਤੇ ਇਨਵੈਸਟਮੈਂਟ ਕਰੀਏ, ਪਹਿਲਾਂ ਤਾਂ ਇਨਵੈਸਟਮੈਂਟ ਸਿਕਿਉਰ ਹੋ ਜਾਏ, ਦੈਟਸ ਗੁੱਡ, ਹੈ ਨਾ। ਬਿਜ਼ਨਸ ਲੈਂਗੁਏਜ ਇਹੀ ਹੈ ਨਾ, ਪੂੰਜੀ ਸਾਬਤ, ਤੇ ਫਿਰ ਕੱਲੀ ਇਨਵੈਸਟਮੈਂਟ ਸਿਕਿਉਰ ਨਾ ਹੋਏ, ਘਣੋ ਲਾਭ, ਉਹਦੇ ਉੱਤੇ ਰਿਟਰਨ ਵੀ ਬੜਾ ਜ਼ਬਰਦਸਤ ਮਿਲ ਜੇ, ਕਮਾਲ ਹੋ ਗਈ। ਵਿਨ ਵਿਨ ਸਿਚੁਏਸ਼ਨ ਹੀ ਹੈ। ਬਾਬਾ ਜੀ ਕਹਿੰਦੇ ਪੂੰਜੀ ਸਾਬਤ ਘਣੋ ਲਾਭ, ਫਿਰ ਗ੍ਰਹਿ ਸੋਭਾ ਸੇਤ। ਬੰਦਾ ਇਹੋ ਜਿਹੀ ਜਗ੍ਹਾ ਤੇ ਇਨਵੈਸਟਮੈਂਟ ਕਰ ਲੇ, ਕਿਸੇ ਨੂੰ ਦੱਸਣ ਜੋਗਾ ਵੀ ਨਾ ਹੋਏ ਵੀ ਨਹੀਂ ਉਹ ਲੋਕੀ ਹੱਸਣਗੇ, ਆਪਾਂ ਨੇ ਬਿਜ਼ਨਸ ਇਹੋ ਜਿਹੀ ਥਾਂ ਤੇ ਨਾ ਐਕਚੁਅਲੀ ਬੰਦਾ ਦੱਸ ਵੀ ਸਕੇ ਉਹਦੇ ਚੋਂ। ਕਿਉਂ? ਕਿਉਂਕਿ ਅਗਲਾ ਸੋਭਾ ਦੇ, ਕਮਾਲ ਹੈ ਜੀ, ਬਹੁਤ ਵਧੀਆ ਜਗ੍ਹਾ ਤੇ ਤੁਸੀਂ ਇਨਵੈਸਟਮੈਂਟ ਕੀਤੀ ਹੈਗੀ ਹੈ। ਇੱਥੇ ਕਿਹਾ ਇਹ ਬਾਬਾ ਜੀ ਅੰਦਰ ਦੀ ਗੱਲ ਕਰਦੇ। ਆਪਾਂ ਸਪੋਜ਼ ਕਰੋ, ਮਾਫੀ ਚਾਹਾਂਗਾ, ਵੈਸੇ ਅੱਜ ਕੱਲ੍ਹ ਤੇ ਸਮਾਂ ਸਾਰਾ ਬਦਲ ਗਿਆ, ਬੰਦਾ ਏਜਡ ਬੰਦਾ ਹੋਏ, ਆਲਮੋਸਟ 50-60 ਦੇ ਨੇੜੇ, ਤੇ ਕੋਈ ਆ ਕੇ ਪੁੱਛੇ ਵੀ ਕੀ ਕਰ ਰਹੇ ਸੀ, ਉਹ ਕਹੇ ਵੀ 2 ਫਿਲਮਾਂ ਵੇਖੀਆਂ ਨੇ ਬੈਕ ਟੂ ਬੈਕ, ਅਗਲਾ ਬੰਦਾ ਕਹੇਗਾ ਹਿਆ ਕਰ ਕੁਛ, ਏਜ ਤੇ ਦੇਖ, ਟਾਈਮ ਬਰਬਾਦ ਕਰ ਰਹੇ ਆਪਣਾ। ਹਾਂ ਬੱਚਾ ਇੱਕ ਹੋਏ 15-16 ਸਾਲ ਦਾ, ਉਹ ਕਹੇ, ਉਹਨੂੰ ਕਹਾਂਗੇ ਚਲੋ ਕੋਈ ਨਹੀਂ, ਇੱਕ ਬੱਚਾ ਆ ਜਦੋਂ, ਦੈਨ ਯੂ ਹੈਵ ਗੁੱਡ ਟਾਈਮ, ਯੂ ਨੋ, ਦੈਟਸ ਇਸ ਰੂਪ ਦੇ ਵਿੱਚ। ਸਾਡਾ ਜਿਹੜਾ ਆ ਸਮਾਂ ਆ, ਇਹੀ ਸਾਡਾ ਸਭ ਤੋਂ ਵੱਡਾ ਪ੍ਰਿੰਸੀਪਲ ਆ। ਜੇ ਆਪਾਂ ਜਿੱਥੇ ਇਨਵੈਸਟ ਕਰਾਂਗੇ ਉਹ ਐਸੀ ਜਗ੍ਹਾ ਹੋਏ ਜਿਵੇਂ ਸਾਧ ਸੰਗੀਤ ਆ, ਨੋ ਡਾਊਟ ਇਹ ਸਮਾਂ ਲੇਖੇ 'ਚ ਲੱਗਾ। ਜੇ ਥੋੜਾ ਹੋਰ ਮਾਲਕ ਨੇ ਤਰਸ ਕੀਤਾ, ਅੰਦਰ ਕਿਤੇ ਯਕਸ਼ੂ ਨੇਤਰ ਖੁੱਲ ਗਿਆ, ਲਾਭ ਆਏਗਾ। ਜੇ ਗੱਲ ਕਰਾਂਗੇ ਕਿਤੇ, ਉਹਦੀ ਸੋਭਾ ਮਿਲੇਗੀ। ਹੈ ਨਹੀਂ ਗੱਲ, ਰੈਸ਼ਨਲ ਸਾਈਡ ਤੋਂ ਗੱਲ ਕੀਤੀ ਜਾ ਰਹੀ। ਸਾਹਿਬ ਨੇ ਕਿਹਾ ਕਿ ਭਾਈ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ,
निश्चल आसन मिटी चिंत ना ही डोलेत। निश्चल आसन मन दे आसन की गल हो रही है। निश्चल हो गया, टिक गया। मन का टिकना ही सब तो वड्डी खेड आ। फिर क्या मिटी चिंत, फिकरां दी दुनिया जिहड़ी सब तो वध सानू आपां रीसेंटली हुण देखिया, मैं ये भी अज ही सारा कुछ सुन रहा सीगा CBC दे विच ही कि किस तरीके दे नाल उत्थे वैनकूवर साइड हालात बने पे ने सारे। तूफान आया, वो सॉरी हड़ आया, वो पानी आया, इस तरीके दे नाल बारिश पई ते मतलब सब कुछ झंबिया गया, सब कुछ खराब हो गया। मैं क्या चलो तो फ्लडिंग हुई, सब चीज़ां होईयां। साडे अपने जीवन दे च फिकरां दी, ओवर वरीज दी, ओवर थिंकिंग दी किन्नी क फ्लडिंग हुंदी। बंदा क्यों ना अंदरों मन करके डावां बिल्कुल बर्बाद ही हो जाएगा। जिथे इन्नियां चिंतावां दे हड़ वगदे होण ते उस तो बाद कहो कि बंदा सालम रहेगा, साबित रहेगा, हद हो गई। किवें रहेगा? साहिब महाराज ने बयान किया, होया कि निचल आसन मिटी चिंत ना ही डोलेत, भरम भुलावा मिट गया प्रभ पेखत नेत। पर ये भरम दे भुलेखे उदों दूर होए जदों प्रभ पेखत नेत, जदों उन्होंने नेड़े वेख लिया भी मालक मैं एवं घबराई जाता सीगा, अंग संग ते है तू। आपने कभी देखा हो, मैं खुद एक इस वक्त मदर नेचर ने दिते हुए रोल दे विच पेरेंटिंग रोल चों लंघ रहा तो पुराने समय ये हुंदा सीगा कि ट्रैडिशनल वे नाल कि बच्चे नूं जल्दी तो जल्दी उहदे अपने बैड ते सवा दिओ इस रूप दे। हालांकि हुण स्टडीज़ आ रही नो 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 एक सर्टन एज तक बच्चे नूं माँ बाप दे नाल सोना चाहिदा हैगा। ये लिटरली तौर पर स्टडीज़ आ गई ने, क्योंकि बच्चों बहुत ज़्यादा पिछले 10-15 सालों डिप्रैशन के जोड़े इन्ने साइंस देखे गए हैं, वो पिछे स्टडी निकली है कि उन्हें ब्रेन कैमिकल इस किस्म का बड़ी छोटी उम्र बिल्ट हो जाता जो सैपरेशन एनगजाइटी उन्हें पैदा करता। खैर जी विनती कर लगा सीगा कि हम बच्चा नाल सुता हो बिल्कुल तो होएगा कि अद्धी रात को बच्चा वो दिने पता नहीं कोई शो देखा कुछ बात हुई एकदम वरगला के उठे या रोला पाए या एकदम नाइटमेयर आ जाए कोई, तो फिर असीं बच्चे नूं उठाने उन्होंने जगाने तो जगा के कहने बेटा क्यों घबरा रहा, मैं कोल पिया तेरे। तो सच्चे बच्चा वेख ले तो उन्हें विश्वास आ जाता, बांह फड़ लेंदा, वो कहता हाँ नाल लग के सो जाता भी मेरे नाल मेरा सेवियर मेरे कोल आ। बस आही सिमरन है जी सारा। जदों ये चेतनता आ गई ना कि वो सेवियर दूर नहीं गा मेरे तो, महाराज ने बयान किया, महाराज कहते भरम भुलावा मिट गया प्रभ पेखत नेत। फिर क्या गुण गंभीर गुण नायका गुण कहिया केत। इन्नी बात करके गुरु अर्जन साहब कहते हे मेरे नायक, हे अकाल पुरख वाहिगुरु, मैं तेरे किहड़े किहड़े गुण की गल करा, किहदी तारीफ करा, किहड़ी ग्लोरी जिहड़ी है मैं उसनूं प्रेजेंट करा, उसनूं मैं उहदे उत्ते बात पावां, उत्ते एम्फेसाइज करा। नानक पाया साध संग हर हर अमृत। हे नानक है ये अमृतमय ज्ञान अमृतमय सोझी सब साध संगत विचों प्राप्त होया। तो सानू भी गुरु महाराज प्रेरदे भी भाई तुसी भी साध संगत दे नाल जुड़ो। साहब रहमत करन इन आलमी वाकां दी प्रेरणा साडे जीवन का हिस्सा बन सके, यही साडी दिली अरदास है, यही अरजोई है। इन्नियां क बिनतियां नाल खिबा भुलां गलतियां ना चता रहे हो जे। इत्थे ही समाप्ति करदे हैं, कह देना जी वाहिगुरु जी का खालसा वाहिगुरु जी की फतेह।